ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ, ਪਾਵਹਿਗੇ ਭਗਵੰਤ। ਨਹੀਂ ਜਾਣ ਜਾਈ ਕਛੁ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੈ ਕੌਣ ਭੇਖੰ। ਕਹਾਂ ਨਾਮ ਤਾਕੋ ਕਹਾ ਕੈ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੈ। ਮੱਛ ਨਾਰਾਇਣ ਕੱਛ ਮੱਛ, ਤਿੰਦੁਆ ਕਹਿਤ ਸਭ। ਕੌਲ ਨਾਭ ਕੌਲ ਜਿਹ, ਤਾਲ ਮੈਂ ਰਹਿਤ ਹੈ। ਗੋਪੀਨਾਥ ਗੂਜਰ, ਗੋਪਾਲ ਸਭੇ ਤੇਨ ਚਾਰੀ। ਰਿਖੀਕੇਸ ਨਾਮ ਕੈ ਮਹੰਤ ਲਹੀਅਤ ਹੈ। ਮਾਧਵ ਭਵਰ ਅਟੇਰੂ ਕੋ ਕਨ੍ਹਈਆ ਨਾਮ, ਕੰਸ ਕੋ ਬਧਈਆ ਜਮਦੂਤ ਕਹੀਅਤ ਹੈ। ਮੂੜ ਰੂੜ ਪੀੜਤ ਨਾ ਗੂੜਤਾ ਕੋ ਭੇਦ ਪਾਵੈ। ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸਵ ਪਾਲ ਜਗਤ ਕਾਲ, ਦੀਨ ਦਿਆਲ ਬੈਰੀ ਸਾਲ। ਸਦਾ ਪ੍ਰਤਪਾਲ ਜਮ ਜਾਲ ਤੇ ਰਹਿਤ ਹੈ। ਜੋਗੀ ਜਟਾ ਧਾਰੀ, ਸਤੀ ਸਾਚੇ ਵੱਡੇ ਬ੍ਰਹਮਚਾਰੀ। ਧਿਆਨ ਕਾਜ ਭੂਖ ਪਿਆਸ, ਦੇਹ ਪੈ ਸਹਿਤ ਹੈ। ਨਿਉਲੇ ਕਰਮ ਜਲ ਹੋਮ, ਪਾਵਕ ਪਵਨ ਹੋਮ। ਅਦੋਮੁਖ ਏਕ ਪਾਏ ਠਾਂਡੇ, ਨਾ ਬਹਿਤ ਹੈ। ਮਨ ਮੁਖ ਨਿੰਦ, ਦੇਵ ਦਾਨਵ ਨਾ ਪਾਵੈ ਭੇਦ। ਵੇਦ ਔਗਤੇਵ ਨੇਤ ਨੇਤ ਕੈ ਕਹਿਤ ਹੈ। ਨਾਚਿਤ ਫਿਰਤ ਮੋਰ, ਬਾਦਰ ਕਰਤ ਘੋਰ। ਦਮਨੀ ਅਨੇਕ ਪਾਉ, ਕਰਿਓ ਈ ਕਰਤ ਹੈ। ਚੰਦਰਮਾ ਤੇ ਸੀਤਲ, ਨਾ ਸੂਰਜ ਤੇ ਤਪਤ ਤੇਜ। ਇੰਦਰ ਸੋਨਾ ਰਾਜਾ, ਭਾਵ ਭੂਮ ਕੋ ਭਰਤ ਹੈ। शिव से तपस्वी आद ब्रह्मा से न वेदचारी। सनत कुमार सी तपस्या ना अनत है। ज्ञान के बहीन काल फास के अधीन। सदा जुगन की चौकरी
ਫਿਰਾਏ ਈ ਫਿਰਤ ਹੈ। ਮੁਖ ਊਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਤਿਹਾਰੀ। ਆਪ ਹਮ ਨਾ ਕਰਤ ਪ੍ਰਭ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਕਰਤ ਸਭ ਸਿਵਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਆਲ ਪਾਤਸ਼ਾਹੀ ਦਸਵੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨਾ ਰੋਗ ਰਜਾਈਆ ਦਾ ਓਢਣਾ। ਨਾਗ ਨਿਵਾਸਾ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ। ਬਿੰਗ ਕਸਾਈਆ ਦਾ ਸਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ। ਪੱਠ ਖੇੜਿਆ ਦਾ ਰਹਿਣਾ, ਖਿਆਲ ਪਾਤਸ਼ਾਹੀ ਦਸਵੀਂ। ਮਿੱਤਰ ਪਿਆਰੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੇ, ਅੰਮ੍ਰਿਤ ਕੇ ਦਾਤੇ, ਸਾਹਿਬੇ ਕਮਾਲ, ਫੌਜਾਂ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜਿਕੋ ਜੁਗ ਅਟਲ। ਬਾਣੀ ਕੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ। ਗੁਰੂ ਖਾਲਸਾ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਹੋ, ਜੋ ਦੀਨ ਦਿਆਲ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਲੈ ਰਹੇ ਹੋ, ਇਸ ਜਨਮ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ। ਆਪ ਜੀ ਨੇ ਸੋ ਦਰ ਰਹਿਰਾਸ ਸਾਹਿਬ ਉਪਰੰਤ ਅਰਦਾਸ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਜੁੜੇ ਹੋ। ਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਆਪ ਜੀ ਨੇ ਸਰਵਣ ਕੀਤੇ ਹਨ। ਸੱਚੇ ਪਾਤਸ਼ਾਹ ਜੀ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਉਹਨਾਂ ਦੀ ਮਹਾਨ ਪਾਵਨ ਪਵਿੱਤਰ ਰਚਨਾ ਆਪ ਜੀ ਸਰਵਣ ਕਰ ਰਹੇ ਹੋ। ਸ਼ਬਦ ਹਜ਼ਾਰੇ ਬਾਣੀ
ਕਿਸ ਦੀ ਮਹਾਨ ਹੀ ਸਾਧ ਸੰਗਤ ਜੀ ਕਥਾ ਹੈ, ਜਿਨ੍ਹਾਂ ਸ਼ਬਦਾਂ ਦਾ ਪੜ੍ਹਿਆ ਹਜ਼ਾਰਾਂ ਸ਼ਬਦਾਂ ਜਿੰਨਾ ਫਲ ਹੈ। ਇੱਕ ਸ਼ਬਦ ਪੜ੍ਹੀਏ ਹਜ਼ਾਰਾਂ ਸ਼ਬਦਾਂ ਦਾ ਫਲ ਹੈ ਪੜ੍ਹਨ ਦਾ। ਇਹ ਸ਼ਬਦ ਹਜ਼ਾਰੇ ਜਿਹੜੀ ਬਾਣੀ ਹੈ, ਇਸ ਨੂੰ ਜੇ ਕੋਈ ਪੜ੍ਹੇ ਇੱਕ ਵਾਰ ਤੇ ਕਿੰਨਿਆਂ ਸ਼ਬਦਾਂ ਦਾ ਫਲ ਹੈ। ਸੱਚੇ ਪਾਤਸ਼ਾਹ ਜੀ ਜਿਹੜੇ ਸ਼ਬਦਾਂ ਨੂੰ ਮੁੱਖ ਸ਼ਬਦ ਵੀ ਕਿਹਾ ਜਾਂਦਾ ਹੈ, ਪ੍ਰਧਾਨ ਸ਼ਬਦ, ਐਸੇ ਸ਼ਬਦ ਹਜ਼ਾਰੇ ਬਾਣੀ ਦੀ ਕਥਾ ਆਪ ਸਰਵਣ ਕਰ ਰਹੇ ਹੋ। ਹਜ਼ਾਰੇ ਨਾਮ ਹਿਜਰ ਦਾ ਵੀ ਹੈ। ਹਿਜਰ ਕਹੀਦਾ ਵਿਛੋੜੇ ਨੂੰ, ਜਿਹੜੇ ਉਹ ਵਾਹਿਗੁਰੂ ਦੇ ਵਿਛੋੜੇ ਵਿੱਚ ਆ ਕੇ ਤੇ ਇਹ ਸ਼ਬਦ ਉਚਾਰਨ ਕੀਤੇ, ਉਹ ਸ਼ਬਦ ਹਜ਼ਾਰੇ, ਜਿਸ ਵਿੱਚ ਅਧਿਆਤਮਕ ਵਿਚਾਰ ਹੈ, ਜਿਨ੍ਹਾਂ ਨੂੰ ਪੜ੍ਹਨ ਦਾ ਵੀ ਬੇਅੰਤ ਫਲ ਹੈ। ਜਿਵੇਂ ਕਿ ਸਤਿਗੁਰੂ ਜੀ ਦੀ ਬਾਣੀ ਤੇ ਸਾਰੀ ਮੋਖੀ ਹੈ, ਪ੍ਰਧਾਨ ਬਾਣੀ ਹੈ, ਪਰ ਸਾਧ ਸੰਗਤ ਜੀ ਜਿਵੇਂ ਸਤਿਗੁਰਾਂ ਦੀ ਬਾਣੀ ਜਪਜੀ ਸਾਹਿਬ ਪ੍ਰਧਾਨ ਬਾਣੀ ਹੈ। ਹਰ ਥਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਜਾਪ ਹੁੰਦਾ ਹੈ। ਇਸੇ ਤਰ੍ਹਾਂ ਸ਼ਬਦ ਹਜ਼ਾਰੇ ਬਾਣੀ ਦਾ ਇਹ ਬੇਅੰਤ ਮਹਾਤਮ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਪਜੀ ਸਾਹਿਬ ਬਾਣੀ ਦਾ ਮਹਾਤਮ ਦਰਸਾਇਆ ਹੈ। ਵੇਖੋ ਕਿ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਕਿ ਜਿਹੜਾ ਵੀ ਪੁਰਸ਼ ਸਿੱਖ ਇਸ਼ਨਾਨ ਕਰਕੇ ਬੌਲੀ ਸਾਹਿਬ 'ਚ ਜਪਜੀ ਸਾਹਿਬ ਦਾ ਇੱਕ ਪਾਠ ਕਰੇਗਾ, ਇਸੇ ਤਰ੍ਹਾਂ 84 ਪੌੜੀਆਂ ਬੌਲੀ ਸਾਹਿਬ ਦੀਆਂ, 84 ਇਸ਼ਨਾਨ ਕਰਕੇ, ਭਾਵ ਪਹਿਲਾਂ ਇਸ਼ਨਾਨ ਕਰਨਾ ਹੈ, ਫਿਰ ਜਪਜੀ ਸਾਹਿਬ ਬਾਣੀ ਪੜ੍ਹਨੀ ਹੈ। ਇਵੇਂ 84 ਇਸ਼ਨਾਨ ਤੇ 84 ਪਾਠ ਜੇ ਕੋਈ ਕਰੇਗਾ, ਉਹਦੀ 84 ਲੱਖ ਜੂਨ ਕੱਟੀ ਜਾਵੇਗੀ। ਬੌਲੀ ਸਾਹਿਬ ਦਾ ਮਹਾਨ ਮਹਾਤਮ ਵੀ ਜਣਾ ਦਿੱਤਾ ਗੁਰੂ ਜੀ ਨੇ। ਇਸੇ ਤਰ੍ਹਾਂ ਹੀ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਜਣਾਇਆ ਹੈ ਵੀ ਇੱਕ ਪਾਠ ਦੇ ਨਾਲ 1 ਲੱਖ ਜੂਨ ਕੱਟੀ ਜਾਵੇਗੀ ਜਪਜੀ ਸਾਹਿਬ ਦੇ ਪਾਠ ਨਾਲ। ਕਿੰਨੀ ਮਹਾਨ ਗੁਰੂ ਜੀ ਨੇ ਕਿਰਪਾ ਕੀਤੀ ਹੈ। ਅੱਜ ਉੱਥੇ ਕਮਾਈ ਵਾਲੀਆਂ ਰੂਹਾਂ ਸੰਤ ਮਹਾਂਪੁਰਸ਼ ਉਹ ਆਪਣੀ 84 ਕੱਟਦੇ ਹੈ, ਇਸ਼ਨਾਨ ਕਰਦੇ ਬੌਲੀ ਸਾਹਿਬ ਵਿੱਚ, ਪਰ ਮਹਾਤਮ ਜਪਜੀ ਸਾਹਿਬ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸਾਇਆ ਹੈ। ਤੇ ਉੱਥੇ ਦੇ 84 ਪਾਠ ਹੈ। ਇੱਧਰੋਂ ਜੋ ਸਤਿਗੁਰੂ ਜੀ ਦਾ ਅਵਤਾਰ ਸਥਾਨ ਹੈ ਬਾਸਰਕੇ ਗਿੱਲਾਂ, ਜਿੱਥੇ ਸੰਨ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੈ, ਉੱਥੇ ਸੱਚੇ ਪਾਤਸ਼ਾਹ ਜੀ ਨੇ ਵੇਖੋ ਮਹਾਨ ਹੀ ਕਿਰਪਾ ਦਰਸਾਈ ਜਪਜੀ ਸਾਹਿਬ ਦੇ ਵਿੱਚ। ਜਿਹੜੀ ਸੰਨ ਸਾਹਿਬ ਵੀ ਕੋਈ ਸਿੱਖ ਜਾਵੇ ਉੱਥੇ ਇਸ਼ਨਾਨ ਕਰਕੇ, ਕਿਰਿਆ ਕਰਕੇ, ਐ ਸੋਚਾਚਾਰ ਕਰਕੇ, ਪਵਿੱਤਰ ਹੋ ਕੇ ਇਸ਼ਨਾਨ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ, ਜਾਪ ਕਰਕੇ, ਅਰਦਾਸ ਕਰਕੇ ਤੋਂ ਸੰਨ ਵਿੱਚੋਂ ਨਿਕਲ ਜਾਊਗਾ ਜਿਹੜਾ, ਉਹ ਮੁਕਤ ਹੋ ਜਾਊਗਾ ਇੱਕ ਪਾਠ ਨਾਲ ਹੀ। ਬੌਲੀ ਸਾਹਿਬ ਦੇ 84 ਪਾਠ, ਇੱਥੇ ਇੱਕ ਪਾਠ ਨਾਲ ਹੀ। ਉਂਝ ਦੇ ਲੋਕ ਹੁਣ ਵੀ ਬੜੇ ਜਾਂਦੇ ਆ, ਪਰ ਉਹ ਨਾ ਤਾਂ ਕੋਈ ਪਾਠ ਕਰਦੇ ਨਾ ਅਰਦਾਸ ਕਰਦੇ, ਤੇ ਐਵੇਂ ਲੱਗੀ ਲੁੰਗੀ ਜਾਂਦੇ ਆ ਵੀ 84 ਕੱਟੀ ਜਾਵੇ। ਅਸਲ ਜਿਹੜੀ ਮਰਜ਼ਾਦਾ ਉਹਦੇ ਇਹ ਹੈ ਵੀ ਇਸ਼ਨਾਨ ਕਰਕੇ, ਪਵਿੱਤਰ ਹੋ ਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਅਰਦਾਸ ਕਰਕੇ, ਤੇ ਫਿਰ ਉਹ ਸੰਨ ਸਾਹਿਬ ਦੇ ਵਿੱਚ ਨਹੀਂ ਲੰਘਣਾ, ਜੇ 84 ਲੱਖ ਜੂਨ ਕੱਟੀ ਜਾਏਗੀ। ਇਹ ਮਹਾਤਮ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਪਜੀ ਸਾਹਿਬ ਬਾਣੀ ਦਾ ਰੱਖਿਆ ਹੈ।
ਇਵੇਂ ਪ੍ਰਧਾਨ ਮੁੱਖ ਬਾਣੀ ਹੈ ਜਪਜੀ ਸਾਹਿਬ, ਇਸੇ ਤਰ੍ਹਾਂ ਇਹ ਸਾਧ ਸੰਗਤ ਦੀ ਸ਼ਬਦ ਹਜ਼ਾਰੇ ਬਾਣੀ ਹੈ, ਜਿਹਨੂੰ ਪੜ੍ਹਨ ਦੇ ਨਾਲ ਹਜ਼ਾਰਾਂ ਹੀ ਸ਼ਬਦ ਪੜ੍ਹਿਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਰੋਜ਼ ਕਰਦੇ ਆ, ਕੋਈ 5 ਮਿੰਟ ਇਸ ਬਾਣੀ ਦੇ ਲੱਗਦੇ ਆ, ਤੇ ਫਲ ਕਿੰਨਾ ਵੱਡਾ ਹੈ। ਉਸ ਸ਼ਬਦ ਹਜ਼ਾਰੇ ਬਾਣੀ ਦੀ ਆਪ ਦੀ ਕਥਾ ਸਰਵਣ ਕਰ ਲਈ, ਰੋਜ਼ਾਨਾ ਹੀ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠਦੇ ਹੋ। 5 ਜਿਹੜੇ ਸ਼ਬਦ ਹੈ, ਸ਼ਬਦ ਹਜ਼ਾਰੇ ਬਾਣੀ ਦੇ ਹੋ ਚੁੱਕੇ ਹੈ। ਅੱਜ 6ਵੇਂ ਸ਼ਬਦ ਦੀ ਕਥਾ ਆਰੰਭ ਹੋਣ ਜਾ ਰਹੀ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਇੱਥੇ ਕੋਈ ਰਾਗ ਨਹੀਂ ਰੱਖਿਆ ਹੈ, ਬਾਕੀ ਸਾਰੇ ਸ਼ਬਦ ਰਾਗਾਂ ਵਿੱਚ ਹੈ। ਰਾਮ ਕਲੀ, ਕਲਿਆਣ, ਸੋਰਠ, ਤਿਲੰਗ, ਬਿਲਾਵਲ, ਦੇਵ ਗੰਧਾਰੀ। ਇਹ ਖਿਆਲ ਹੈ, ਇੱਕ ਸ਼ਬਦ ਰੱਖਿਆ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਉਸ ਕਥਾ ਸਾਧ ਸੰਗਤ ਜੀ ਆਪਾਂ ਸਰਵਣ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਮਹਾਨ ਪਵਿੱਤਰ ਉਪਦੇਸ਼ ਵਿੱਚ ਕੀ ਸਿੱਖਿਆ ਦੇ ਰਹੇ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਆਲ ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸਵੀਂ। ਦਸਮ ਪਿਤਾ, ਦਸਵੇਂ ਨਾਨਕ, ਦਸਵੀਂ ਜੋਤ, ਦਸਵੀਂ ਗੱਦੀ ਤੇ ਸੁਭਾਏਮਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਅੰਮ੍ਰਿਤ ਕੇ ਦਾਤੇ ਹਨ, ਫੌਜਾਂ ਦੇ ਮਾਲਕ, ਦੋਹਾਂ ਜਹਾਨਾਂ ਦੇ ਵਾਲੀ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਸ਼ਬਦ ਉਚਾਰ ਰਹੇ ਹਨ, ਜਿਸ ਦੀ ਉਥਾਨਕਾ ਸਾਧ ਸੰਗਤ ਜੀ ਇਤਿਹਾਸ ਵਿੱਚ ਇਵੇਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡ ਕੇ ਤੇ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੂੰ ਤੁਰਕਾਂ ਦੀ ਫੌਜ ਨੇ 10 ਲੱਖ ਫੌਜ ਵੱਖਰੀ, ਪਹਾੜੀਆਂ ਦੀ ਵੱਖਰੀ, ਪਠਾਣਾਂ ਦੀ ਵੱਖਰੀ ਇਕੱਠੀ ਹੋਈ ਸੀ। ਚਮਕੌਰ ਦੀ ਗੜੀ ਵਿੱਚ ਜੰਗ ਕਰਦਿਆਂ ਕਰਦਿਆਂ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤੋਰਿਆ। ਗੁਰੂ ਕੇ ਸਿੰਘਾਂ ਨੂੰ ਜਥੇ ਬਣਾ ਬਣਾ ਕੇ ਵਾਰੀ ਸਿਰ ਤੋਰਿਆ। ਅਖੀਰੀ ਖਾਲਸੇ ਦੀ ਆਗਿਆ ਪਾਉ। ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਗੜੀ ਛੱਡ ਕੇ ਚਲੇ ਜਾਓ। ਗੁਰੂ ਜੀ ਨਹੀਂ ਸਨ ਜਾਂਦੇ। ਖਾਲਸੇ ਨੇ ਕਿਹਾ ਵੀ ਮਹਾਰਾਜ ਜੀ ਸਾਡੇ ਵਰਗੇ ਸਿੱਖ ਆਪ ਜੀ ਨੂੰ ਬੜੇ ਮਿਲ ਜਾਣਗੇ, ਪਰ ਆਪ ਜੀ ਵਰਗੇ ਗੁਰੂ ਨਹੀਂ ਕਿਤੇ ਮਿਲਣਗੇ। ਆਪ ਜੀ ਚਲੇ ਜਾਓ, ਅਸੀਂ ਇੱਥੇ ਰਹਿੰਦੇ ਹਾਂ। ਗੁਰੂ ਜੀ ਨੇ ਵਿਚਾਰ ਕੀਤੀ ਵੀ ਠੀਕ ਹੈ ਖਾਲਸਾ ਜੀ, ਜੇ ਆਪ ਜੀ ਦੀ ਆਗਿਆ ਹੈ। ਉਸ ਵੇਲੇ ਚੱਲਦੇ ਹੋਏ ਵੀ ਐਵੇਂ ਚੁੱਪ ਕਰਕੇ ਜਾਣਾ ਠੀਕ ਨਹੀਂ ਗਾ। ਐਵੇਂ ਉਹ ਤੁਰਕ ਕੀ ਸੋਚਣਗੇ ਵੀ ਗੁਰੂ ਜੀ ਨੱਠ ਗਏ ਚੋਰੀ। ਗੁਰੂ ਜੀ ਨੇ ਤਾੜੀ ਮਾਰ ਕੇ ਫਿਰ ਵੰਗਾਰ ਕੇ ਗਿਆ ਤੁਰਕਾਂ ਨੂੰ ਕਿ ਹਿੰਦ ਕਾ ਪੀਰ ਜਾ ਰਿਹਾ ਹੈ, ਜਿਸ ਵਿੱਚ ਹਿੰਮਤ ਹੈ ਆ ਕੇ ਰੋਕ ਲਵੇ। ਜਦੋਂ ਐਵੇਂ ਗੁਰੂ ਜੀ ਨੇ ਬਚਨ ਕੀਤਾ ਤੇ ਉੱਥੇ ਤੁਰਕਾਂ ਵਿੱਚ ਹਾਹਾਕਾਰ ਮਚ ਗਈ। ਇੱਧਰ ਹੈ ਗੁਰੂ ਜੀ, ਇੱਧਰ ਹਨ ਗੁਰੂ ਜੀ। ਆਪੋ ਵਿੱਚ ਲੜ ਕੇ ਤੇ ਕਿੰਨੇ ਦੇ ਕਿੰਨੇ ਖਤਮ ਹੋ ਗਏ, ਹਜ਼ਾਰਾਂ ਲੱਖਾਂ ਨਹੀਂ। ਰੌਲਾ ਪੈ ਗਿਆ ਇੱਕਦਮ। ਸਤਿਗੁਰੂ ਜੀ ਉੱਥੋਂ ਚੱਲਦੇ ਚੱਲਦੇ ਕੁਝ ਪਿੰਡ ਲੰਘਦੇ ਹੋਏ ਜੋ ਮਾਛੀਵਾੜ ਦੇ ਚਮਕੌਰ ਸਾਹਿਬ ਦੇ ਵਿਚਕਾਰ ਆਉਂਦੇ ਹੈ। ਚਮਕੌਰ ਦੀ ਗੜੀ ਤੋਂ ਚੱਲ ਕੇ ਗੁਰੂ ਜੀ ਮਾਛੀਵਾੜ ਦੇ ਜੰਗਲਾਂ ਵਿੱਚ ਜਦੋਂ ਆਏ ਪਹੁੰਚੇ, ਇੱਥੇ ਆ ਕੇ ਸਤਿਗੁਰੂ ਜੀ ਜਿਹੜੀ ਹੈ
ਟਿੰਡ ਦਾ ਸਿਰਹਾਣਾ ਭਾਵ ਇੱਕ ਘੜਾ ਮਿੱਟੀ ਦਾ ਜਿਹੜਾ ਖੂਹ ਦੇ ਨੇੜੇ ਪਿਆ ਹੋਇਆ ਸੀ, ਉਹਦਾ ਸਿਰਹਾਣਾ ਲੈ ਕੇ ਮਹਾਰਾਜ ਜੀ ਬਿਰਾਜਮਾਨ ਸਨ। ਤੇ ਉਧਰ ਜੰਗ ਵਿੱਚ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੋਨੋਂ ਸ਼ਹੀਦ ਹੋ ਗਏ ਸਨ। ਤੇ ਨਾਲੇ ਸਤਿਗੁਰੂ ਜੀ ਦੇ 5 ਪਿਆਰੇ ਸਾਹਿਬਾਨਾਂ ਵਿੱਚੋਂ 3 ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਇਹ ਵੀ 3 ਸ਼ਹੀਦ ਹੋ ਗਏ 5 ਪਿਆਰਿਆਂ ਵਿੱਚੋਂ। ਗੁਰੂ ਕੇ ਸਿੱਖ ਹੋਰ ਜੋ 40 ਸਿੰਘ ਤਕਰੀਬਨ ਸਾਰੇ ਉਹ ਸ਼ਹੀਦੀ ਪਾ ਗਏ ਸਨ। ਉਸ ਵਕਤ ਗੁਰੂ ਜੀ ਜਦੋਂ ਬਿਰਾਜਮਾਨ ਹੈ ਮਾਛੀਵਾੜੇ ਦੇ ਜੰਗਲਾਂ ਵਿੱਚ, ਬਾਬਾ ਅਜੀਤ ਸਿੰਘ ਹੁਣਾਂ ਦੀ ਆਤਮਾ, ਬਾਬਾ ਜੁਝਾਰ ਸਿੰਘ ਹੁਣਾਂ ਦੀ ਆਤਮਾ, 5 ਪਿਆਰਿਆਂ ਵਿੱਚੋਂ 3 ਪਿਆਰਿਆਂ ਦੀ ਆਤਮਾ, ਉਹ 40 ਸਿੰਘ ਜੋ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ, ਗੁਰੂ ਜੀ ਦੀ ਆਗਿਆ ਲੈਣ ਵਾਸਤੇ ਸੱਚਖੰਡ ਜਾਣ ਤੋਂ ਪਹਿਲਾਂ ਆਏ। ਤੇ ਗੁਰੂ ਜੀ ਨੇ ਉਸ ਵਕਤ ਇਹ ਸ਼ਬਦ ਉਚਾਰਨ ਕੀਤਾ, ਉਹ ਸੁਨੇਹਾ ਭੇਜਿਆ, ਉਹ ਸੱਦ ਇੱਕ ਟੱਪਾ, ਉਹ ਖਿਆਲ, ਉਹ ਧਿਆਨ, ਉਹ ਚਿੰਤਨ ਵਾਹਿਗੁਰੂ ਦੇ ਪ੍ਰਥਾਏ ਕਰਕੇ ਭੇਜਿਆ ਵੀ ਸਾਹਿਬਜ਼ਾਦੇ ਅਜੀਤ ਸਿੰਘ ਜੀ, ਸਾਡਾ ਇਹ ਸੁਨੇਹਾ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਦੇਣਾ, ਸਾਡੇ ਵੱਲੋਂ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸਾਡਾ ਮਰੀਦਾਂ ਸੇਵਕਾਂ ਦਾ ਹਾਲ ਉਸ ਮਿੱਤਰ ਨੂੰ ਕਹਿਣਾ ਜੋ ਸੱਚਾ ਮਿੱਤਰ ਹੈ। ਇੱਕ ਤੇ ਉਹ ਅਥਾਨਕਾ ਇਸ ਸ਼ਬਦ ਦੀ ਸੰਪਰਦਾ ਦੇ ਵਿੱਚ ਇੱਕ ਹੋਰ ਅਥਾਨਕਾ ਦੱਸੀ ਜਾਂਦੀ ਹੈ। ਜਿਸ ਵਕਤ ਗੁਰੂ ਜੀ ਜੰਗਾਂ ਯੁੱਧਾਂ ਨੂੰ ਵਿਸ਼ਰਾਮ ਦੇ ਕੇ ਗੁਰੂ ਕਾਂਸ਼ੀ ਬਠਿੰਡਾ ਤੋਂ ਚੱਲਦੇ ਹੋਏ, ਦਿੱਲੀ ਤੋਂ ਚੱਲਦੇ ਹੋਏ ਰਸਤਾ ਸਫ਼ਰ ਯਾਤਰਾ ਕਰਦੇ ਹੋਏ ਨੰਦੇੜ ਸ੍ਰੀ ਹਜ਼ੂਰ ਸਾਹਿਬ ਪਹੁੰਚੇ ਹੈ ਮਹਾਰਾਜ। ਉੱਥੋਂ ਜੋ ਬੈਰਾਗੀ ਮਾਧੋ ਦਾਸ ਸਨ, ਜਿਨ੍ਹਾਂ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਬਾਅਦ ਵਿੱਚ ਰੱਖਿਆ, ਅੰਮ੍ਰਿਤ ਛਕਾ ਕੇ ਉਹਨਾਂ ਨੂੰ ਪੰਜਾਬ ਵੱਲ ਭੇਜਿਆ। ਉੱਥੇ ਗੁਰੂ ਜੀ 1 ਸਾਲ ਤੋਂ ਵੱਧ ਰਹੇ ਹੈ ਸ੍ਰੀ ਹਜ਼ੂਰ ਸਾਹਿਬ। ਤੇ ਉੱਥੇ ਜਦੋਂ ਗੁਰੂ ਜੀ ਜੋਤੀ ਜੋ ਸਮਾਉਣ ਦਾ ਸਮਾਂ ਗੁਰੂ ਜੀ ਦਾ ਆਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰਤਾ ਬਖਸ਼ਿਸ਼ ਕੀਤੀ। ਉਹਨਾਂ ਸਮਿਆਂ ਵਿੱਚ ਹੀ ਜੋ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸਤਿਗੁਰੂ ਜੀ ਨਾਲ ਸਨ ਉਸ ਵਕਤ, ਬਾਬਾ ਦੀਪ ਸਿੰਘ ਜੀ ਵੀ ਉੱਥੇ ਸਨ, ਭਾਈ ਮਣੀ ਸਿੰਘ ਜੀ ਵੀ ਉੱਥੇ ਸਨ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਸਤਿਗੁਰੂ ਜੀ ਦੀ ਆਗਿਆ ਲਈ ਨਾ ਦੇ ਗੋਦਾਵਰੀ ਦੇ ਕਿਨਾਰੇ, ਸ੍ਰੀ ਹਜ਼ੂਰ ਸਾਹਿਬ ਅੱਜ ਵੀ ਹੈ, ਗੋਦਾਵਰੀ ਦੇ ਕਿਨਾਰੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਆਪਣਾ ਸਰੀਰ ਜਿਹੜਾ ਤਿਆਗ ਦਿੱਤਾ, ਸੱਚਖੰਡ ਚਲੇ ਗਏ। ਇੱਧਰ ਦੀਵਾਨ ਲੱਗਾ ਹੋਇਆ ਸੀ ਸੱਚਖੰਡ ਵਾਲੇ ਸਥਾਨ 'ਤੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿਉਂਕਿ ਸਤਿਗੁਰਾਂ ਦੀ ਦ੍ਰਿਸ਼ਟੀ ਮਹਾਨ ਹੈ, ਗੁਰੂ ਜੀ ਨੂੰ ਪਤਾ ਹੈ ਕਿਹੜਾ ਆਇਆ ਕਿਹੜਾ ਨਹੀਂ ਆਇਆ। ਸਾਰੇ ਸਿੰਘ ਖਾਲਸਾ ਸੱਜ ਗਿਆ, ਸੰਗਤਾਂ ਆ ਗਈਆਂ। ਮਹਾਰਾਜ ਕਹਿਣ ਲੱਗੇ ਵੀ ਖਾਲਸਾ ਜੀ ਅਜੇ ਤੱਕ ਭਾਈ ਦਇਆ ਸਿੰਘ ਜੀ ਨਹੀਂ ਦੀਵਾਨ ਵਿੱਚ ਆਏ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅੰਤਰਜਾਮੀ ਹੋ, ਆਪ ਜੀ ਨੂੰ ਪਤਾ ਨਹੀਂ ਹੈ। ਗੁਰੂ ਜੀ ਜਾਣਦੇ ਹੋਏ ਵੀ ਕਹਿਣ ਲੱਗੇ ਵੀ ਨਹੀਂ ਤੇ ਸਾਨੂੰ ਤੇ ਨਹੀਂ ਜੀ ਪਤਾ। ਕਹਿੰਦੇ ਮਹਾਰਾਜ ਉਹ ਭਾਈ ਦਇਆ ਸਿੰਘ ਜੀ ਦੇ ਗੋਦਾਵਰੀ ਦੇ ਕਿਨਾਰੇ 'ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਮਹਾਰਾਜ ਜੀ ਕਹਿੰਦੇ ਵੀ ਠੀਕ ਹੈ, ਸਾਨੂੰ ਤੇ ਨਹੀਂ ਦੱਸਿਆ, ਚਲੋ ਠੀਕ ਹੈ, ਜੇ ਚਲੇ ਗਏ ਤੇ ਆਪੇ ਫਿਰ ਤੁਰ ਕੇ ਵਾਪਸ ਆ ਜਾਣਗੇ। ਭਾਈ ਦਇਆ ਸਿੰਘ ਜੀ ਕਹਿੰਦੇ ਸੱਚਖੰਡ ਪਹੁੰਚੇ ਹੈ। ਉੱਥੇ ਜਿਹੜੇ ਸੇਵਾਦਾਰ ਹੈ, ਪਹਿਰੇਦਾਰ ਹੈ, ਚੌਬਦਾਰ, ਉਹਨਾਂ ਕਿਹਾ ਵੀ ਭਾਈ ਦਇਆ ਸਿੰਘ ਨੂੰ ਜੀ ਕਿੱਧਰ,
ਕੌਣ ਹੋ ਤੁਸੀਂ? ਜਾਣਦੇ ਤਾਂ ਸਭ ਕੁਝ ਹੀ ਹੈ। ਉਹਨਾਂ ਇਸ ਤਰ੍ਹਾਂ ਕਿਹਾ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰਿਆਂ ਵਿੱਚੋਂ ਪਿਆਰੇ ਹਾਂ। ਭਾਈ ਦਇਆ ਸਿੰਘ ਜੀ ਸਿੱਖ ਹਾਂ ਮਹਾਰਾਜ ਦੇ, ਸਰੀਰ ਛੱਡ ਕੇ ਸੱਚਖੰਡ ਆ ਗਏ ਹਾਂ। ਉਹ ਕਹਿਣ ਲੱਗੇ ਵੀ ਗੁਰਾਂ ਦੀ ਆਗਿਆ ਲਈ ਹੈ, ਗੁਰੂ ਜੀ ਨੂੰ ਪੁੱਛ ਕੇ ਆਏ ਹੋ? ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਤਾਂ ਨਹੀਂ ਪੁੱਛ ਕੇ ਆਏ ਜੀ, ਇੱਦਾਂ ਹੀ ਆ ਗਏ ਹਾਂ। ਕਹਿੰਦੇ ਨਹੀਂ ਪੁੱਛਿਆ ਤੇ ਫਿਰ ਜਾਓ ਸਤਿਗੁਰਾਂ ਦੀ ਆਗਿਆ ਲੈ ਕੇ ਆਓ। ਕਿ ਹੁਣ ਸੱਚਖੰਡ 'ਚ ਕੌਣ ਹੈ? ਉੱਥੇ ਵੀ ਮਹਾਰਾਜ ਹੀ ਹੈ। ਉਹ ਪਹਿਰੇਦਾਰਾਂ ਨੂੰ ਜਿਹੜਾ ਪਹਿਰੇਦਾਰਾਂ ਨੂੰ ਪ੍ਰੇਰਿਆ, ਪਹਿਰੇਦਾਰਾਂ ਨੇ ਭਾਈ ਦਇਆ ਸਿੰਘ ਨੂੰ ਇਵੇਂ ਕਿਹਾ, ਕਹਿੰਦੇ ਵੀ ਗੁਰਾਂ ਦੀ ਆਗਿਆ ਲੈ ਕੇ ਆਓ। ਭਾਈ ਦਇਆ ਸਿੰਘ ਜੀ ਫਿਰ ਕੁਝ ਸਮੇਂ ਬਾਅਦ ਸਰੀਰ 'ਚ ਫਿਰ ਪ੍ਰਵੇਸ਼ ਕੀਤਾ। ਗੋਦਾਵਰੀ ਤੋਂ ਚੱਲ ਕੇ ਸੱਚਖੰਡ ਵਾਲੇ ਸਥਾਨ 'ਤੇ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਚਰਨ ਪਕੜੇ। ਮਹਾਰਾਜ ਕਹਿਣ ਲੱਗੇ ਹਾਂਜੀ ਭਾਈ ਦਇਆ ਸਿੰਘ ਜੀ ਕਿੱਥੋਂ ਆਏ ਹੋ? ਕਹਿਣ ਲੱਗੇ ਮਹਾਰਾਜ ਜੀ ਆ ਸੱਚਖੰਡ ਚਲੇ ਗਏ ਸਾਂ ਵੀ ਬਥੇਰਾ ਸਮਾਂ ਹੋ ਗਿਆ, ਹੁਣ ਜਾਈਏ ਮਹਾਰਾਜ ਆਪ ਜੀ ਦੇ ਜੋ ਆਪ ਦਾ ਸਥਾਨ ਹੈ ਸੱਚਖੰਡ ਵਸੈ ਨਿਰੰਕਾਰ ਵੀ ਉੱਥੇ ਚਲੇ ਜਾਈਏ। ਉਹਨਾਂ ਵਾਪਸ ਭੇਜ ਦਿੱਤਾ, ਕਹਿੰਦੇ ਵੀ ਗੁਰਾਂ ਦੀ ਆਗਿਆ ਲੈ ਕੇ ਆਓ। ਤੇ ਮਹਾਰਾਜ ਕਹਿੰਦੇ ਵੀ ਭਾਈ ਦਇਆ ਸਿੰਘ ਜੀ ਆਗਿਆ ਤੁਸੀਂ ਲੈ ਲੈਂਦੇ, ਆਗਿਆ ਲੈ ਕੇ ਜਾਣਾ ਸੀ, ਜਾਣਾ ਤੇ ਸਭ ਨੇ ਹੀ, ਉੱਥੇ ਹੀ ਜਾਣਾ ਸਭ ਨੇ, ਤੇ ਤੁਸੀਂ ਆਗਿਆ ਲੈ ਕੇ ਚਲੇ ਜਾਂਦੇ। ਚਲੋ ਠੀਕ ਹੈ, ਹੁਣ ਤੁਹਾਨੂੰ ਸਾਡੀ ਆਗਿਆ ਹੈ, ਜਾਓ ਸੱਚਖੰਡ। ਤੇ ਉਸ ਵਕਤ ਗੁਰੂ ਜੀ ਨੇ ਸ਼ਬਦ ਦੂਸਰੀ ਵਾਰ ਕਹਿੰਦੇ ਉੱਥੇ ਉਚਾਰਨ ਕੀਤਾ ਹੈ। ਉਦੋਂ ਇਹ ਸ਼ਬਦ ਉਚਾਰਨ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਕਿ ਸਾਡਾ ਜਿਹੜਾ ਸੁਨੇਹਾ ਹੈ ਉਹ ਮਿੱਤਰ ਪਿਆਰੇ ਪਰਮਾਤਮਾ ਨੂੰ ਦੇਣਾ ਸਾਡੇ ਵੱਲੋਂ, ਕਿ ਅਸੀਂ ਮਾਤ ਲੋਕ 'ਤੇ ਆਏ ਹੋਏ ਹਾਂ, ਐਵੇਂ ਸਮਾਂ ਗੁਜ਼ਾਰਿਆ, ਸਾਰੇ ਵਿਚਾਰ ਸਾਡਾ ਖਿਆਲ ਉਸ ਪਰਮੇਸ਼ਰ ਨੂੰ ਦੱਸਣਾ। ਐਵੇਂ ਦੋ ਥਾਨਕਾਂ ਜਿਹੜੀਆਂ ਸਾਧ ਸੰਗਤ ਜੀ ਟਕਸਾਲਾਂ ਵਿੱਚ ਸੰਪਰਦਾਇ ਮਹਾਂਪੁਰਖ ਦੱਸਦੇ ਸ਼ਬਦ ਦੀਆਂ, ਉਸ ਸ਼ਬਦ ਦੀ ਜਿਹੜੀ ਕਥਾ ਆਰੰਭ ਹੋਣ ਜਾ ਰਹੀ ਆਪਾਂ ਸਰਵਣ ਕਰੀਏ। ਤੇ ਸਤਿਗੁਰ ਜੀ ਬਾਣੀ ਵਿੱਚ ਉਚਾਰਨ ਕਰਦੇ ਆ, ਖਿਆਲ ਪਾਤਸ਼ਾਹੀ ਦਸਵੀਂ, ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਿਆਲ ਕਹੀਏ ਇੱਕ ਸੱਦ, ਜਾਂ ਕਹਿ ਲਓ ਵੀ ਇੱਕ ਟੱਪਾ ਦਸਵੇਂ ਪਿਤਾ ਜੀ ਦਾ। ਇੱਕ ਗਾਣ ਲਈ ਵਰਤਿਆ ਜਾਣ ਵਾਲਾ ਗੀਤ ਵਜਨਦਾਰ, ਜਿਸ ਗੀਤ ਵਿੱਚ ਬੜਾ ਵਜਨ ਹੋਵੇ, ਬੜਾ ਭਾਰੀ ਤੋਲ ਹੋਵੇ, ਭਾਵ ਕਿ ਛੰਦਾਬੰਦੀ ਵਿੱਚ ਗਾਇਆ ਜਾਣ ਵਾਲਾ, ਇਹ ਦਸਵੇਂ ਪਿਤਾ ਜੀ ਦਾ ਇੱਕ ਖਿਆਲ। ਖਿਆਲ ਸ਼ਬਦ ਅਰਬੀ ਦਾ ਹੈ, ਜਿਹਨੂੰ ਖਿਆਲ ਕਹਿੰਦੇ ਹੈ। ਇਵੇਂ ਸਮਝ ਲਓ ਵੀ ਦਸਵੇਂ ਪਿਤਾ ਜੀ ਦਾ ਉਸ ਵਾਹਿਗੁਰੂ ਦੇ ਪ੍ਰਥਾਏ ਧਿਆਨ ਕੀਤਾ ਹੋਇਆ ਇੱਕ ਚਿੰਤਨ, ਤੇ ਛੰਦਾਬੰਦੀ ਵਿੱਚ ਕੀਤਾ ਹੋਇਆ ਇੱਕ ਸ਼ਬਦ, ਜਿਹਦੀਆਂ ਲਗਾ ਮਾਤਰਾ ਮੁਤਾਬਕ ਇਹ ਸਵਈਆ ਚਾਲ ਜਿਸ ਦੀ। ਤੇ ਇਵੇਂ ਵੀ ਖਿਆਲ ਪਾਤਸ਼ਾਹੀ ਦਸਵੀਂ, ਕਿ ਉਸ ਵਾਹਿਗੁਰੂ ਦੇ ਪ੍ਰਥਾਏ ਜੋ ਕੀਤਾ ਹੋਇਆ ਖਿਆਲ ਹੈ ਦਸਵੇਂ ਪਿਤਾ ਜੀ ਦਾ, ਜੋ ਕੀਤਾ ਹੋਇਆ ਚਿੰਤਨ ਹੈ, ਜੋ ਕੀਤਾ ਹੋਇਆ ਧਿਆਨ ਹੈ, ਜੋ ਗਾਇਆ ਹੋਇਆ ਇੱਕ ਟੱਪਾ ਹੈ, ਜੋ ਇੱਕ ਸੱਦ ਹੈ ਉਸ ਵਾਹਿਗੁਰੂ ਦੇ ਪ੍ਰਥਾਏ, ਉਸ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਇੱਕ ਵਿਛੋੜੇ ਦਾ ਜਿਹੜਾ ਸ਼ਬਦ, ਉਹ ਗੁਰੂ ਜੀ ਇਹ ਸ਼ਬਦ ਉਚਾਰਨ ਕਰ ਰਹੇ ਹਨ। ਆਓ ਆਪਾਂ ਸਰਵਣ ਕਰੀਏ ਜੀ। ਮਿੱਤਰ ਪਿਆਰੇ ਨੂੰ ਮਹਾਰਾਜ ਕਹਿਣ ਲੱਗੇ, ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਬਾਬਾ ਅਜੀਤ ਸਿੰਘ ਜੀ ਨੂੰ ਪਹਿਲਾਂ ਕਿਹਾ, ਇਵੇਂ ਦੋਵੇਂ ਤਰੀਕੇ ਨਾਲ ਸਮਝੀ ਜਾਣਾ ਕਿ ਮਾਛੀਵਾੜੇ ਦੇ ਜੰਗਲ ਵਿੱਚ 40 ਸਿੰਘ ਜਿਹੜੇ ਸ਼ਹੀਦ ਹੋਏ ਹੈ ਸਤਿਗੁਰੂ ਜੀ ਦੇ ਸਾਹਿਬਜ਼ਾਦੇ, ਇਸੇ ਤਰ੍ਹਾਂ 3 ਪਿਆਰੇ, ਕਿ ਸਾਹਿਬਜ਼ਾਦੇ ਐ ਸਿੱਖੋ ਐ ਖਾਲਸਾ ਜੀ, ਉਸ ਮਿੱਤਰ ਪਿਆਰੇ ਨੂੰ ਜੋ ਪਿਆਰਾ ਵੀ ਹੈ ਤੇ ਮਿੱਤਰ ਵੀ ਹੈ, ਸਖਾ,
ਮਿੱਤਰ ਤੇ ਬੜੇ ਆ ਉਂਝ, ਪਰ ਸਭ ਖਾਨ ਦੇ ਯਾਰ ਹੈ। ਦੁਨੀਆ ਦੇ ਮਿੱਤਰ ਮੰਨਿਆ ਗਿਆ ਹੈ। ਇੱਕ ਮਿੱਤਰ ਕੌਣ ਹੈ? ਧਨ, ਇਸ ਨੂੰ ਮਿੱਤਰ ਮੰਨਿਆ ਹੈ। ਇੱਕ ਮਿੱਤਰ ਮੰਨਿਆ ਕਰਮਾਂ ਨੂੰ। ਇੱਕ ਮਿੱਤਰ ਮੰਨਿਆ ਹੈ ਜੀਆ ਜੰਦ ਘਰ ਪਰਿਵਾਰ ਨੂੰ। ਪਰ ਇਹ ਸਾਰੇ ਪਿੱਠ ਦੇ ਦੇਣ ਵਾਲੇ ਆ। ਸਰੀਰ ਛੁੱਟਣ ਦੇ ਜਿਹੜੀ ਘਰ ਵਾਲੀ, ਜਿਹੜੇ ਧੀ ਪੁੱਤ ਬੜੇ ਪ੍ਰੇਮ ਕਰਦੇ ਆ। ਪੁੱਤਰ ਕਲੱਤਰ ਸੋ ਮਿੱਤਰ ਸਖਾ, ਇਹ ਬੇਗ ਨਿਕਾਰੋ ਆਇਸਦਾ ਹੈ। ਇਹ ਆਗਿਆ ਦੇਣਗੇ ਛੇਤੀ ਕਰੋ, ਲਾਸ਼ ਵੱਧ ਰਹੀ ਹੈ। ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਛੇਤੀ ਛੇਤੀ ਬੰਨ ਕੇ ਉਹ ਫੱਟੇ ਤੇ ਲੱਦ ਕੇ ਛੱਡ ਕੇ ਆਉਣਗੇ। ਜਿਹੜੇ ਮਿੱਤਰ ਮੰਨੇ ਆ ਘਰ ਪਰਿਵਾਰ, ਪਹਿਲਾਂ ਦੇ ਇਹ ਪਿੱਠ ਦੇਣਗੇ। ਤੇ ਧਨ ਵੀ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਜਾਨ ਹੈ। ਜਦੋਂ ਬੰਦਾ ਮਰ ਗਿਆ, ਪੌਨ ਭੰਡਾਰ ਧਰਾ ਗੜ, ਜੇਤਕ ਛਾਡਤ ਪ੍ਰਾਨ ਵਿਗਾਨ ਕਹੈ ਹੈ। ਘਰ ਵੀ, ਖਜ਼ਾਨਾ ਵੀ, ਧਰਤੀ ਵੀ, ਕਿਲੇ ਵੀ, ਸਾਰੇ ਬਗਾਨਾ ਕਹਿਣਗੇ ਇਹ ਸਾਡਾ ਨਹੀਂ ਕੁਝ ਲੱਗਦਾ। ਜ਼ਮੀਨ ਜਾਇਦਾਦ ਸਭ ਬਗਾਨੀ ਹੋ ਜਾਵੇਗੀ। ਮਿੱਤਰ ਵੀ ਸਾਥ ਛੱਡ ਜਾਂਦਾ ਸਰੀਰ ਛੱਡਣ ਤੇ। ਇੱਕ ਕਰਮ ਹੈ ਜਿਹੜੇ ਨਾਲ ਜਾਂਦੇ ਚੰਗੇ ਮਾੜੇ, ਇਹ ਤਿੰਨ ਮਿੱਤਰ ਮੰਨੇ ਆ, ਪਰ ਜਿਹੜੇ ਸਦਾ ਨਿਭਣ ਵਾਲੇ ਨਹੀਂ। ਉਹ ਜੋ ਮਿੱਤਰ ਹੈ, ਅਸਲ ਮਿੱਤਰ ਪਰਮਾਤਮਾ, ਉਹ ਹੀ ਸਖਾ ਹੈ, ਸਹੀ ਮਿੱਤਰ। ਮਿੱਤਰ ਦਾ ਅਰਥ ਕੀ ਹੈ? ਜਿਹੜਾ ਕਿਸੇ ਦੀ, ਜਿਹੜਾ ਆਪਣੇ ਯਾਰ ਦੋਸਤ ਦੀ ਔਖੇ ਵੇਲੇ ਸਹਾਇਤਾ ਕਰੇ। ਹੁਣ ਇਹ ਤਿੰਨ ਮੰਨੇ, ਤਿੰਨੇ ਮੂੰਹ ਮੋੜ ਜਾਂਦੇ ਆ। ਅਸਲੀ ਜੋ ਮਿੱਤਰ ਹੈ ਉਹ ਗੁਰੂ ਜੀ ਕਹਿ ਰਹੇ ਹੈ, ਖਾਲਸਾ ਜੀ, ਉਸ ਵਾਹਿਗੁਰੂ ਕਾਲ ਪੁਰਖ ਨੂੰ ਕਹਿਣਾ ਜੋ ਮਿੱਤਰ ਹੈ ਪਿਆਰਾ। ਭਾਈ ਦਇਆ ਸਿੰਘ ਜੀ, ਇਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ, ਭਾਈ ਦਇਆ ਸਿੰਘ ਜੀ ਉਸ ਮਿੱਤਰ ਪਿਆਰੇ ਨੂੰ, ਜਿਹੜਾ ਸਭ ਦਾ ਮਿੱਤਰ ਹੈ ਤੇ ਜੋ ਸਦਾ ਹੀ ਪਿਆਰਾ ਹੈ, ਉਸ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਡਾ ਮੁਰੀਦਾਂ ਦਾ, ਸਾਡਾ ਸੇਵਕਾਂ ਦਾ ਇਹ ਹਾਲ ਕਹਿਣਾ ਕਿ ਅਸੀਂ ਹੇ ਪਰਮੇਸ਼ਰ, ਹੇ ਪਰਮਾਤਮਾ ਵਾਹਿਗੁਰੂ, ਤੇਰੀ ਆਗਿਆ ਨਾਲ ਤੇ ਸੰਸਾਰ ਸਮੁੰਦਰ ਤੇ ਆਏ ਹੋਏ ਹਾਂ। ਪਰ ਇਹ ਸੰਸਾਰ ਸਮੁੰਦਰ ਤੇ ਜਿਹੜਾ ਤੇਰੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਤੇਰੇ ਪ੍ਰੇਮ ਤੋਂ ਬਿਨਾਂ ਰਹਿਣਾ ਹੈ ਨਾ, ਇਹ ਇਹੋ ਜਿਹਾ ਹਾਲ ਹੀ ਹੈ। ਇਹ ਹਾਲ ਕੋਈ ਚੰਗਾ ਨਹੀਂ ਗਾ। ਦੁਨੀਆ ਦੇ ਲੋਕ ਇਹਨਾਂ ਚੀਜ਼ਾਂ ਨੂੰ ਹਾਲ ਚੰਗਾ ਮੰਨਦੇ ਹੈ, ਪਰ ਹੇ ਵਾਹਿਗੁਰੂ, ਅਸੀਂ ਤਾਂ ਇਹੀ ਜਾਣਿਆ ਤੇਰੇ ਨਾਮ ਤੋਂ ਬਿਨਾਂ ਕੋਈ ਹਾਲ ਨਹੀਂ ਹੈ। ਤੇਰੇ ਨਾਮ ਵਿੱਚ ਰਹਿਣਾ, ਤੇਰਾ ਨਾਮ ਜਪਣਾ, ਤੇਰੇ ਵਾਹਿਗੁਰੂ ਪ੍ਰੇਮ ਵਿੱਚ ਭਿੱਜੇ ਰਹਿਣਾ, ਤੇਰਾ ਚਿੰਤਨ ਕਰਨਾ, ਤੇਰਾ ਧਿਆਨ ਕਰਨਾ, ਇਹੀ ਹਾਲ ਚੰਗਾ ਹੈ। ਉਹ ਗੁਰੂ ਜੀ ਇੱਥੇ ਉਪਦੇਸ਼ ਕਰਕੇ ਦੱਸ ਰਹੇ ਹੈ, ਇਹ ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਪਰਮਾਤਮਾ ਨੂੰ, ਸਾਡਾ ਇਹ ਹਾਲ ਮੁਰੀਦਾਂ ਸੇਵਕਾਂ ਦਾ ਕਹਿਣਾ। ਇਹ ਜਿਹੜਾ ਮੁਰੀਦਾਂ ਸ਼ਬਦ ਹੈ, ਇਵੇਂ ਵੀ ਸਾਧ ਸੰਗਤ ਦੀ ਕਥਾ ਆਉਂਦੀ ਹੈ ਕਿ ਬਾਬਾ ਦੀਪ ਸਿੰਘ ਜੀ ਜਿਸ ਵਕਤ ਇਹ ਬਾਣੀ ਇਕੱਠੀ ਕਰ ਰਹੇ ਸਨ ਨਾ, ਦਸਮ ਗ੍ਰੰਥ ਸਾਹਿਬ ਜੀ ਦੀ ਸੈਂਚੀ ਇਕੱਤਰ ਕਰ ਰਹੇ ਸਨ, ਤੇ ਬਾਬਾ ਦੀਪ ਸਿੰਘ ਨੇ ਸ਼ਬਦ ਪੜ੍ਹ ਕੇ ਤੇ ਗੁਰੂ ਘਰ ਦੇ ਵਿੱਚ ਫਕੀਰੀ ਲਿਖਿਆ ਸੀ, ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ। ਬਾਬਾ ਦੀਪ ਸਿੰਘ ਜੀ ਨੇ ਵਿਚਾਰ ਕੀਤੀ ਵੀ ਗੁਰੂ ਘਰ ਵਿੱਚ ਫਕੀਰੀ ਤੇ ਆਏ ਨਹੀਂ ਹੈ, ਤੇ ਇਸ ਕਰਕੇ ਸ਼ਬਦ ਬਦਲਣਾ ਚਾਹੀਦਾ ਹੈ। ਸੰਗਤ ਵਿੱਚ ਵਿਚਾਰ ਕੀਤੀ ਕਿ ਖਾਲਸਾ ਜੀ, ਇੱਥੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਜੇ ਲਿਖਿਆ ਜਾਵੇ ਤੇ ਆਪ ਜੀ ਦੀ ਕੀ ਆਗਿਆ ਖਾਲਸਾ ਪੰਥ ਦੀ? ਖਾਲਸੇ ਪੰਥ ਨੇ ਕਿਹਾ ਵੀ ਗੁਰੂ ਘਰ ਦੀ ਜਿਹੜੀ ਬਾਣੀ ਹੈ ਉਹਦੀ ਤੁਕ ਤੇ ਕੋਈ ਬਦਲ ਨਹੀਂ ਸਕਦਾ। ਜੇ ਬਾਬਾ ਜੀ ਆਪ ਨੇ ਇੱਕ ਅੱਖਰ ਬਦਲਣਾ ਹੈ ਤੇ ਤੁਹਾਨੂੰ ਫਿਰ ਸਿਰ ਲਿਖੇ ਲਾਉਣਾ ਪਊਗਾ। ਬਾਬਾ ਦੀਪ ਸਿੰਘ ਨੇ ਕਿਹਾ ਵੀ ਖਾਲਸੇ ਜੋ ਆਪ ਜੀ ਦੀ ਆਗਿਆ, ਗੁਰੂ ਘਰ ਦੀ ਬਾਣੀ ਦਾ ਇੱਕ ਅੱਖਰ ਬਦਲਾਂਗੇ ਤੇ ਉਹਦੇ ਬਦਲੇ ਵਿੱਚ ਆਪਣਾ ਸਿਰ ਦਿਆਂਗੇ। ਫਿਰ ਉਹਨਾਂ ਸਿਰ ਦਿੱਤਾ। ਇਵੇਂ ਇਤਿਹਾਸ ਵਿੱਚ ਕਈ ਥਾਵਾਂ ਦੇ ਜ਼ਿਕਰ ਮਿਲਦਾ ਹੈ। ਉਹ ਸਤਿਗੁਰੂ ਜੀ ਸ਼ਬਦ ਉਚਾਰ ਕੇ ਦੱਸ ਰਹੇ ਹਨ ਕਿ ਭਾਈ ਦਇਆ ਸਿੰਘ ਜੀ ਇਸੇ ਤਰ੍ਹਾਂ
ਇਹ ਸਾਹਿਬਜ਼ਾਦੇ ਅਜੀਤ ਸਿੰਘ ਜੀ ਸਾਡਾ ਉਸ ਵਾਹਿਗੁਰੂ ਨੂੰ ਹਾਲ ਇਹ ਮਰੀਦਾਂ ਸੇਵਕਾਂ ਦਾ ਕਹਿਣਾ। ਤੁਤ ਬਿਨ ਰੋਗ ਰਜਾਈਆ ਦਾ ਉੱਡਣਾ। ਹੇ ਪਰਮੇਸ਼ਰ, ਹੇ ਵਾਹਿਗੁਰੂ, ਤੇਰੇ ਬਿਨਾ ਜਿਹੜਾ ਆ ਸਿਆਲ ਦੇ ਦਿਨਾਂ ਵਿੱਚ ਰਜਾਈਆਂ ਦਾ ਉੱਡਣਾ ਉੱਤੇ ਲੈਣਾ ਹੈ, ਇਹ ਤਾਂ ਰੋਗ ਵਾਂਗ ਹੈ। ਫਿਰ ਰਜਾਈਆਂ ਘੁੱਟੀਆਂ ਜਾਣੀਆਂ, ਸੋਈ ਜਾਣਾ, ਤੇਰੇ ਨਾਮ ਵੱਲ ਧਿਆਨ ਨਾ ਕਰਨਾ, ਚੰਗੀਆਂ ਸੇਜਾਂ ਹੋਣੀਆਂ, ਰਜਾਈਆਂ ਤਲਾਈਆਂ ਲੈ ਕੇ ਤੇ ਘੁੱਟੀ ਜਾਣੀਆਂ, ਪਈ ਜਾਣਾ। ਹੇ ਪਰਮੇਸ਼ਰ, ਉਹਦੇ ਰੋਗੀਆਂ ਸਮਾਨ ਹੈ। ਕਿਉਂਕਿ ਰੋਗੀ ਦਾ ਕੰਮ ਕੀ ਹੁੰਦਾ ਹੈ? ਬਿਸਤਰਾ ਲੈ ਕੇ ਤੇ ਲੰਮੇ ਪਏ ਰਹਿਣਾ। ਰੋਗੀ ਨੂੰ ਇਹ ਕੰਮ, ਹੋਰ ਕੀ ਕੰਮ ਹੈ? ਤੁਧ ਬਿਨ ਰੋਗ ਰਜਾਈਆਂ ਦਾ ਉੱਡਣ। ਹੇ ਵਾਹਿਗੁਰੂ, ਤੇਰੇ ਬਿਨਾ ਆ ਜਿਹੜਾ ਰਜਾਈਆਂ ਦਾ ਸਿਆਲ ਵਿੱਚ ਘੁੱਟਣਾ ਹੈ, ਲੈਣਾ ਹੈ, ਇਹ ਤੇ ਜਿਵੇਂ ਕੋਈ ਰੋਗੀ ਹੈ, ਰੋਗੀ ਬੜਾ ਨੂੰ ਠੰਡ ਲੱਗ ਰਹੀ, ਬੜਾ ਬਿਮਾਰ ਪਿਆ ਹੋਇਆ ਹੈ, ਉਹ ਰੋਗ ਦੇ ਸਮਾਨ ਹੈ। ਨਾਗ ਨਿਵਾਸਾ ਦੇ ਰਹਿਣਾ। ਤੇ ਹੇ ਵਾਹਿਗੁਰੂ, ਤੇਰੇ ਬਿਨਾ ਆ ਜਿਹੜਾ ਚੰਗੇ ਚੰਗੇ ਘਰਾਂ 'ਚ ਰਹਿਣਾ ਹੈ, ਜਿਹੜਾ ਮਹਿਲਾਂ 'ਚ ਰਹਿਣਾ ਹੈ, ਚੰਗੇ ਕਿਲੇ ਬਣਾ ਕੇ ਰਹਿਣਾ ਹੈ, ਇਹਦੇ ਨਾਗ ਨਿਵਾਸਾਂ ਦੇ ਰਹਿਣਾ। ਜਿਵੇਂ ਨਾਗ ਹੁੰਦੇ ਨਾ, ਸੱਪਾਂ ਦਾ ਘਰ, ਉਹਦੇ ਵਿੱਚ ਰਹਿਣ ਦੇ ਬਰਾਬਰ ਹੈ। ਭਾਵੇਂ ਸਾਧ ਸੰਗਤ ਜੀ ਆ 4-4 ਮੰਜ਼ਲੀਆਂ ਕੋਠੀਆਂ ਪਈਆਂ ਹਨ, ਸਾਨੂੰ ਸੱਪ ਨਹੀਂ ਵੈਸੇ ਦਿਖਦਾ। ਇੱਥੇ ਗੁਰੂ ਜੀ ਵਿਰਾਗ ਦੀ ਅਵਸਥਾ ਦੱਸ ਰਹੇ ਆ ਵੀ ਹੇ ਪਰਮੇਸ਼ਰ, ਤੇਰੇ ਜਿਹੜੇ ਨਾਮ ਤੋਂ ਬਿਨਾ, ਤੇਰੇ ਪ੍ਰੇਮ ਤੋਂ ਬਿਨਾ ਜਿਹੜਾ ਚੰਗੇ ਚੰਗੇ ਮਹਿਲਾਂ 'ਚ ਰਹਿਣਾ ਹੈ ਨਾ, ਇਹ ਤੇ ਸਮਝ ਲਓ ਵੀ ਇਹ ਸੱਪਾਂ ਦੇ ਘਰ ਵਿੱਚ ਹੀ ਰਹਿਣਾ ਹੈ। ਉੱਥੇ ਤੇ ਸੱਪ ਕੀ ਕਰਦੇ ਆ? ਡੰਗ ਮਾਰਦੇ ਆ, ਹੋਰ ਕੀ ਕਰਦੇ ਆ? ਇਹ ਮੋਹ ਰੂਪੀ ਡੰਗ ਹੀ ਵੱਜ ਰਹੇ ਆ ਘਰ ਵਿੱਚ ਬੈਠਿਆਂ ਹੋਇਆਂ। ਤੇ ਜਿਹੜੇ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ, ਗੁਰਬਾਣੀ ਦਾ ਬਚਨ ਹੈ, ਤੇ ਤਸਕਰ ਜੋ ਨਾਮ ਨਾ ਲੇਵਹਿ ਵਸ ਹੈ ਕੋਟ ਪੰਚਾਸਾ। ਧਰਤੀ ਨੂੰ 50 ਕਰੋੜ ਯੋਜਨ ਮੰਨਿਆ ਹੈ। ਇਹ ਪੁਰਾਣਾ ਵਿੱਚ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੀ ਬਚਨ ਹਨ। 49 ਕਰੋੜ ਜਿਹੜੀ ਧਰਤੀ ਆ ਉਹ ਤੇ ਹੈ ਉਪਜਾਊ, ਜਿਵੇਂ ਆਪਾਂ ਰਹਿ ਰਹੇ ਹਾਂ। ਜਿਹੜੀ 1 ਕਰੋੜ ਹੈ ਨਾ, 50 ਕਰੋੜਵਾਂ ਹਿੱਸਾ, ਉਹ ਧਰਤੀ ਕੀ ਹੈ? ਤਾਂਬੇ ਦੀ ਹੈ। ਤੇ ਉੱਥੇ ਨਾ ਕੋਈ ਰੁੱਖ ਹੈ, ਨਾ ਕੋਈ ਪਾਣੀ ਹੈ, ਨਾ ਕੋਈ ਫਸਲ ਹੈ, ਨਾ ਕੋਈ ਰੁੱਖ ਹੈ ਹੀ ਪੱਤਾ। ਤਾਂਬੇ ਦੀ ਧਰਤੀ, ਸੂਰਜ ਉੱਤੇ ਕਹਿੰਦੇ ਐਵੇਂ ਪੈਂਦੇ 12 ਦੇ 12 ਸੂਰਜ ਉੱਤੇ ਵਰਦੇ ਹੈ। ਇੰਨੀ ਤੇਜ਼ ਧੁੱਪ ਹੈ। ਤੇ ਉੱਥੇ ਵਾਸਾ ਕਿਹਨਾਂ ਦਾ ਹੈ? ਸੱਪਾਂ ਦਾ। ਜਿਹੜੇ ਨਾਮ ਦੇ ਚੋਰ ਹੈ ਨਾ, ਅਸੀਂ ਵੀ ਨਾਮ ਨਹੀਂ ਜਪਦੇ, ਕੋਈ ਪਰਵਾਹ ਨਹੀਂ ਸਾਨੂੰ, ਕੋਈ ਸਾਨੂੰ ਖਿਆਲ ਹੀ ਨਹੀਂ ਵੀ ਨਾਮ ਜਪਣਾ ਹੈ। ਤੇ ਤਸਕਰ ਜੋ ਨਾਮ ਨਾ ਲਿਵਹਿ ਵਾਸੈ ਕੋਟ ਪੰਚਾਸਾ। ਉਹ ਧਰਤੀ ਦੇ 50 ਕਰੋੜ ਯੋਜਨ ਵਾਲੇ, ਤਾਂਬੇ ਵਾਲੀ ਧਰਤੀ ਦੇ ਵਸਦੇ, ਜਿਹੜੇ ਨਾਮ ਨਹੀਂ ਲੈਂਦੇ ਤੇ ਸੱਪ ਦੀ ਜੂਨੇ ਪੈਂਦੇ। ਉਹ ਉੱਥੇ ਸੱਪ ਹੀ ਰਹਿੰਦੇ ਸਾਰੇ ਉਸ ਤਾਂਬੇ ਦੀ ਧਰਤੀ ਦੇ। ਧਰਤੀ ਤਪਦੀ ਆ, ਤੋਂ ਸੂਰਜ ਪੈਂਦੇ ਆ, ਤੇ ਸਾਧ ਸੰਗਤ ਜੀ ਖਾਣ ਨੂੰ ਕੁਝ ਨਹੀਂ ਹੈ। ਆ ਜਿਹੜਾ ਹਨੇਰ ਆਉਂਦਾ ਨਾ, ਜਦੋਂ ਆਪਾਂ ਕਣਕਾਂ ਪਾਉਂਦੇ ਡਾ ਕੇ, ਜਾਂ ਹਨੇਰੀਆਂ ਚੜ੍ਹਦੀਆਂ, ਘੱਟਾ ਕਚਰਾ ਉੱਡਦਾ ਹੈ, ਅਸੀਂ ਤੇ ਗਾਲਾਂ ਕੱਢਦੇ ਵੀ ਸਾਡਾ ਝੋਨਾ ਸੁੱਟਦਾ, ਸਾਡੀ ਕਣਕ ਸੁੱਟਦੀ ਹੈ। ਪਰ ਪਰਮੇਸ਼ਰ ਨੂੰ ਸਭ ਦਾ ਫਿਕਰ ਹੈ। ਉਹ ਘੱਟਾ ਉੱਡ ਉੱਡ ਕੇ ਤੇ ਉਹ ਧਰਤੀ ਦੇ ਉਸ ਥਾਂ, ਤਾਂਬੇ ਵਾਲੀ ਧਰਤੀ 'ਤੇ ਜਾ ਰਿਹਾ ਹੈ। ਉਹ ਸੱਪ ਵਿਚਾਰੇ ਉਹ ਹੀ ਆਪਣੇ ਕੁੰਡਲਾਂ 'ਚ ਇਕੱਠਾ ਕਰ ਕਰਕੇ ਘੱਟਾ, ਤੇ ਉਹ ਖਾ ਕੇ ਟਾਈਮ ਕੱਢਦੇ। ਇਹ ਨਾਮ ਨਾ ਜਪਣ ਦਾ ਇੰਨਾ ਮਾੜਾ ਫਲ ਹੈ। ਤੇ ਸਾਨੂੰ ਕੋਈ ਖਿਆਲ ਨਹੀਂ ਕਿਹੜਾ ਨਾਮ, ਕਿਹੜਾ ਰੱਬ, ਕਿਹੜਾ ਗੁਰੂ। ਹੁਣ ਤੇ ਮੈਂ ਰੱਬ ਹਾਂ, ਮੇਰੇ ਨਾਲ ਦਾ ਕਿਹੜਾ ਰੱਬ ਹੈ ਜਿਹਨੇ ਸਾਰੇ ਕੰਮ ਸੰਭਾਲੇ ਹੋਏ ਆ। ਹੁਣ ਸਾਡੀ ਨੀਤ ਹੈ, ਤੇ ਗੁਰੂ ਜੀ ਉਹ ਦੱਸ ਰਹੇ ਇੱਥੇ, ਨਾਗ ਨਿਵਾਸਾਂ ਦੇ ਰਹਿਣਾ। ਵਾਹਿਗੁਰੂ, ਜਿਹੜਾ ਤੇਰੇ ਪ੍ਰੇਮ ਤੋਂ ਬਿਨਾਂ ਰਹਿਣਾ ਹੈ ਨਾ, ਚੰਗੇ ਚੰਗੇ ਆ ਸੱਥਰਾਂ ਦੇ ਸੌਣਾ, ਆ ਚੰਗੇ ਆਸਨਾਂ ਦੇ ਸੌਣਾ, ਚੰਗੇ ਘਰਾਂ 'ਚ ਸੌਣਾ। ਉਹ ਚੰਗੇ ਘਰ ਨਹੀਂ ਗੇ ਮਹਾਰਾਜ,
हे परमेश्वर ਉਹਦੇ ਸਮਝ ਲਓ ਵੀ ਸੱਪਾਂ ਦੇ ਵਿੱਚ ਹੀ ਆ ਨਿਵਾਸ ਹੋ ਰਿਹਾ ਹੈ। ਸੂਲ ਸਰਾਹੀ ਖੰਜਰ ਪਿਆਲਾ। ਇਸੇ ਤਰ੍ਹਾਂ ਇਹ ਸੂਲ ਸਰਾਹੀ ਗਾਗਰਾਂ ਹੁੰਦੀਆਂ ਸੀ ਪਹਿਲਾਂ, ਘਰਾਂ ਵਿੱਚ ਸਰਾਹੀਆਂ ਵੀ ਹੁੰਦੀਆਂ ਸੀ, ਮਿੱਟੀ ਦੀਆਂ ਵੀ ਹੁੰਦੀਆਂ ਸੀ ਤੇ ਪਿੱਤਲ ਦੀਆਂ ਵੀ। ਉਹ ਸਰਾਹੀ ਦੇ ਵਿੱਚ ਪਾਣੀ ਬੜਾ ਠੰਡਾ ਰਹਿੰਦਾ। ਹੇ ਵਾਹਿਗੁਰੂ, ਜਿਹੜੇ ਆ ਸਰਾਹੀ ਦੇ ਵਿੱਚ ਪਾਣੀ ਠੰਡਾ ਭਰ ਕੇ ਤੇ ਜਿਹੜਾ ਪੀਣਾ ਨਾ, ਤੇ ਪੀ ਕੇ ਕਹਿਣਾ ਵੀ ਮੈਨੂੰ ਠੰਡ ਪੈ ਗਈ ਮੇਰੇ ਪੇਟ ਨੂੰ, ਉਹਦੇ ਸੂਲ ਦੇ ਬਰਾਬਰ ਹੈ। ਜਿਵੇਂ ਕੋਈ ਕੱਚਾ ਮਾਸ ਖਾ ਲੇ, ਕੱਚੀਆਂ ਚੀਜ਼ਾਂ ਖਾ ਲੇ, ਤਾਂ ਉਹਦੇ ਢਿੱਡ 'ਚ ਸੂਲ ਉੱਠਦੇ ਨਾ, ਬੜੀ ਪੀੜ, ਕਈਆਂ ਦੀ ਮੌਤ ਹੋ ਜਾਂਦੀ ਹੈ। ਵਾਹਿਗੁਰੂ ਉਹਦੇ ਪੇਟ ਵਿੱਚ ਸੂਲ ਉੱਠਣ ਦੇ ਬਰਾਬਰ ਹੈ ਜਿਹੜਾ ਸੁਰਾਹੀਆਂ ਦਾ ਚੰਗੇ ਮਹਿਲਾਂ 'ਚ ਰਹਿ ਕੇ ਤੇ ਠੰਡਾ ਪਾਣੀ ਪੀਣਾ ਹੈ। ਇਹ ਜਿਹੜਾ ਸ਼ਬਦ ਹੈ, ਜਿਹੜੇ ਪੰਥ ਵਿਰੋਧੀ ਲੋਕ ਹੈ ਨਾ, ਜਿਹੜਾ ਇਹ ਸ਼ਬਦ ਜਿਹਦੀ ਆਪਾਂ ਕਥਾ ਕਰ ਰਹੇ ਹਾਂ, ਉਹ ਕੀ ਕਹਿੰਦੇ ਹੈ, ਆਖੇ ਜੀ ਜਿਹੜਾ ਸੂਲ ਸਰਾਹੀ ਬਚਨ ਹੈ ਨਾ, ਇਹ ਤੇ ਪਿਅੱਕੜ ਨੂੰ ਸੰਕੇਤ ਕਰਦਾ ਹੈ, ਭਾਵ ਸ਼ਰਾਬ ਪੀਣ ਲਈ ਸੰਕੇਤ ਕਰਦਾ ਹੈ। ਇਹ ਤੇ ਸ਼ਰਾਬੀਆਂ ਦਾ ਕੰਮ ਹੈ। ਤੇ ਕਹਿੰਦੇ ਵੀ ਇਹ ਦਸਮ ਕਿਰਤ ਨਹੀਂ ਹੋ ਸਕਦੀ, ਦਸਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੋ ਸਕਦੀ ਸੂਲ ਸਰਾਹੀ। ਇਹ ਸੂਲ ਸਰਾਹੀ ਜਿਹੜੀ ਹੈ ਵੀ ਸਰਾਹੀ ਵਿੱਚ ਸ਼ਰਾਬ ਪੀਂਦੇ ਰਾਜੇ ਮਹਾਰਾਜੇ ਲੋਕ, ਤੇ ਸ਼ਰਾਬ ਪੀਣ ਵਾਲਿਆਂ ਦੇ ਵਾਸਤੇ ਹੈ। ਇਹ ਕੋਈ ਗੁਰੂ ਦੀ ਕਿਰਤ ਨਹੀਂ ਹੈ, ਇਹ ਤਾਂ ਐਵੇਂ ਹੀ ਹੈ। ਸੂਲ ਸਰਾਹੀ ਖੰਜਰ ਪਿਆਲਾ, ਇੱਥੇ ਤੇ ਮਹਾਰਾਜ ਵਿਰਾਗ ਦੀ ਅਵਸਥਾ ਦੱਸ ਰਹੇ ਆ ਕਿ ਹੇ ਪਰਮਾਤਮਾ ਵਾਹਿਗੁਰੂ, ਭਾਈ ਦਇਆ ਸਿੰਘ ਜੀ ਸਾਡਾ ਸੁਣਾ ਦੇਣਾ ਵੀ ਵਾਹਿਗੁਰੂ, ਜਿਹੜਾ ਤੇਰੇ ਆ ਨਾਮ ਤੋਂ ਬਿਨਾਂ, ਤੇਰੇ ਚਰਨਾਂ ਦੇ ਪ੍ਰੇਮ ਤੋਂ ਬਿਨਾਂ ਆ ਸਰਾਹੀਆਂ ਵਿੱਚ ਠੰਡਾ ਜਲ ਪੀਣਾ ਹੈ, ਇਹ ਸੂਲ ਉੱਠਣ ਦੇ ਬਰਾਬਰ, ਭਾਵ ਸੂਲ ਜਿਵੇਂ ਬੜਾ ਭੈੜਾ ਉੱਠਦਾ ਬੰਦੇ ਦੀ ਜਾਨ ਲੈ ਲੈਂਦਾ, ਉਸ ਬਰਾਬਰ ਹੈ। ਖੰਜਰ ਪਿਆਲਾ, ਖੰਜਰ ਹੁੰਦਾ ਇੱਕ ਕਟਾਰ ਹੁੰਦੀ ਹੈ, ਬੜੀਆਂ ਤਿੱਖੀਆਂ ਹੁੰਦੀਆਂ। ਜਿਹੜਾ ਪਿਆਲਾ ਪੀਣਾ, ਜਿਵੇਂ ਰਾਜੇ ਮਹਾਰਾਜੇ ਲੋਕ ਉਹ ਸ਼ਰਾਬ ਪਾ ਕੇ ਤੇ ਪਿਆਲਾ ਪੀਂਦੇ ਆ ਨਾ, ਮਹਾਰਾਜ ਜਿਹੜੇ ਤੇਰੇ ਨਾਮ ਤੋਂ ਬਿਨਾਂ ਪਿਆਲੇ ਪੀਣੇ ਆ, ਠੰਡੇ ਜਲ ਦੇ, ਸ਼ਰਾਬ ਕਬਾਬ ਦੇ, ਇਹ ਖੰਜਰ ਸਮਾਨ ਹੈ। ਜਿਵੇਂ ਕੋਈ ਪੇਟ 'ਚ ਖੰਜਰ ਮਾਰਦੇ, ਤਿਰਛਾ ਕਰਕੇ ਪੇਟ ਪਾੜ ਕੇ ਉਹ ਲੈ ਜਾਂਦਾ ਹੈ, ਤੇ ਉਹਦੀਆਂ ਚਸਕਾਂ ਪੈਂਦੀਆਂ, ਖੂਨ ਵਗਦਾ ਹੈ ਪਰਲ ਪਰਲ। ਮਹਾਰਾਜ ਜਿਹੜਾ ਤੇਰੇ ਨਾਮ ਤੋਂ, ਤੇਰੇ ਪ੍ਰੇਮ ਤੋਂ ਬਿਨਾਂ, ਤੇਰੇ ਤੋਂ ਵਿਛੜ ਕੇ ਰਹਿਣਾ ਹੈ, ਇਹ ਤੇ ਖੰਜਰ ਪਿਆਲਾ। ਉਹ ਪਿਆਲਾ ਕੀ ਹੈ, ਉਹਦੇ ਮਾਨੋ ਕਿ ਖੰਜਰ ਹੀ ਆ ਪੇਟ ਦੇ ਵਿੱਚ ਤਿਰਛਾ ਵੱਜ ਗਿਆ, ਦੀ ਚਸਕਾਂ ਪੈ ਰਹੀਆਂ, ਬੜੀ ਦਰਦ ਉੱਠ ਰਹੀ ਹੈ। ਬਿੰਗ ਕਸਾਈਆ ਦਾ ਸਹਿਣਾ, ਇਸੇ ਤਰ੍ਹਾਂ ਹੀ ਤੇਰੇ ਨਾਮ ਤੋਂ ਬਿਨਾਂ ਵਾਹਿਗੁਰੂ ਬਿੰਗ ਕਸਾਈਆਂ ਦਾ ਸਹਿਣਾ। ਕਸਾਈਆਂ ਦਾ ਕਸਾਈ ਪੁਣਾ ਸਹਿਣਾ ਬੜਾ ਔਖਾ ਹੈ। ਬਿੰਗ ਹੁੰਦਾ ਕਸਾਈਆਂ ਕੋ ਇੱਕ ਉਹ ਰੱਖਿਆ ਹੁੰਦਾ, ਜਦੋਂ ਉਹਨਾਂ ਨੇ ਵੇਲੇ ਕੁ ਵੇਲੇ ਕੋਈ ਆ ਜਾਏ ਵੀ ਮਾਸ ਲੈਣ, ਮੰਨ ਲਓ ਵੀ ਸ਼ਾਮ ਪੈ ਗਈ ਹੈ ਤੇ ਹੁਣ ਤੇ ਬੱਕਰਾ ਨਹੀਂ ਨਾ ਅਗਲਾ ਵੱਢ ਸਕਦਾ, ਜੇ ਵੱਢੂਗਾ ਤੇ ਦਿਨ ਚੜ੍ਹਦੇ ਨੂੰ ਗਰਮੀ ਹੋਊਗੀ, ਬਾਸ ਮਾਰੂ, ਸਵੇਰੇ ਮਾਸ ਕਿਹਨੇ ਲੈਣਾ ਫਿਰ। ਇੱਕ ਬਿੰਗ ਹੁੰਦਾ ਚੁੰਡੀ ਜੀ, ਜਿੰਨੇ ਕੁ ਮਾਸ ਦੀ ਜ਼ਰੂਰਤ ਉਹ ਕੱਟ ਲੈਣਾ, ਉੱਤੇ ਉਹ ਚੁੰਡੀ ਜੀ ਲਾ ਦੇਣੀ। ਜਦੋਂ ਚੁੰਡੀ ਲਾ ਦਈਏ ਨਾ, ਫਿਰ ਉਹ ਬੱਕਰੇ ਦੀ ਜਾਨ ਤੇ ਨਹੀਂ ਨਿਕਲਦੀ, ਪਰ ਤੰਗ ਬੜਾ ਹੁੰਦਾ, ਵਿੱਚੋਂ ਅੰਗ ਮਾਸ ਕੱਟਿਆ ਜਾਵੇ, ਚੁੰਡੀ ਲਾ ਦਿੱਤੀ ਜਾਵੇ, ਤੇ ਹੁਣ ਕਦੋਂ ਦਿਨ ਚੜ੍ਹਨਾ ਹੈ, ਕਦੋਂ ਬੱਕਰੇ ਦੀ ਜਾਨ ਛੁੱਟਣੀ ਹੈ, ਤੇ ਕਿੰਨਾ ਦੁੱਖ ਹੈ ਉਹਦਾ। ਮਹਾਰਾਜ ਉੱਥੇ ਹੀ ਕਹਿ ਰਹੇ ਬਿੰਗ ਕਸਾਈਆਂ ਦਾ ਸਹਿਣਾ। ਇਹ ਪਰਮੇਸ਼ਰ ਤੇਰੇ ਨਾਮ ਤੋਂ ਬਿਨਾਂ ਇਹੋ ਜਿਹਾ ਹਾਲ ਹੈ ਤੇਰੇ ਸੇਵਕਾਂ ਦਾ ਕਿ ਬਿੰਗ ਜਿਵੇਂ ਕਸਾਈਆਂ ਦਾ ਉਹ ਚੁੰਡੀ ਲਾ ਦਿੰਦੇ, ਉਹ ਬੱਕਰੇ ਦੇ ਉੱਪਰ ਉਹ ਤੜਫਦਾ ਰਹਿੰਦਾ ਹੈ। ਜੇ ਕਿਤੇ ਕਸਾਈ ਨੇ ਛੁੱਟੀ ਕਰ ਲਈ ਤਾਂ ਵੀ ਉਹ ਤੜਫਦਾ ਰਹਿੰਦਾ, ਬੱਕਰਾ ਕਦੋਂ ਦੀ ਜਾਨ ਛੁੱਟਣੀ ਆ। ਬਿੰਗ ਕਸਾਈਆਂ ਦੇ ਸਹਿਣੇ ਬਰਾਬਰ ਹੈ। ਜਿਵੇਂ ਸਾਧ ਸੰਗਤ ਜੀ ਭਗਤ ਸਦਨਾ ਜੀ ਹੋਏ ਹੈ ਕਸਾਈ ਜਾਤੀ ਵਿੱਚੋਂ, ਹੈਦਰਾਬਾਦ ਸਿਹਵਨ ਨਗਰ ਦੇ, ਉਹ ਵੀ ਕਸਾਈ ਪੁਣਾ ਕਰਦੇ ਸੀ। ਤੇ
एक दिन की गल कहते हो परमेश्वर वाहिगुरू की कुदरत ऐसी वरती, सदना भगत जी अपनी दुकान ते सन, शाम का समा सी, रात पैण वाली सी। एक अमीर आदमी बड़ा बीमार हो गया, बड़े वैद हकीम बुलाए, उन्हें दसिया, बड़े सियाणे सन हकीमी तौर पर, उन्हें कहा भी ये तां बच सकता जे मास की तरी दी जाए, इनू तां इहदा बचा है। उस वेले अमीर सी, उहदे बंदे मास लभदे फिरन, वो नगर विच मिले ना, किते किसे तो ना मिलिया। अखीरी सदना भगत दे वो दुकान के पास आ गए, कहते भी सदना जी आ पाइया क मास है, सानू पाइया क मास चाहिए है। भगत सदना जी कह लगे भी मास तो हुण है नहीं गा, खत्म हो गया, इस करके मुक्का होया, ते हुण मैं पाइया मास बदले बकरा वड्डा, ते गर्मी बहुत है, क्योंकि हैदराबाद च 12 महीने गर्मी रहिंदी है। कहते गर्मी बहुत है, तो मास जिहड़ा है ये बकरा जिहड़ा खराब हो जाएगा, फिर सिर कौन लऊगा। पाइया मास बदले मैं बकरा नहीं मार सकता। कई थावां ते इवें भी आउंदा भी उस दिन 10वीं थित सी, भी एकादशी वाले दिन किसी ने मास लैना नहीं, तो बकरा तो परसों तक तो रहना नहीं, खराब हो जाना। भगत सदना कहता भी मैं नहीं दे सकता। वो कह लगा भी सदना जी तुहानू बकरे की पई हुई है, उधर आदमी की जान बच जूगी, बकरा चंगा है कि जां आदमी बच जाए वो चंगा है। तू पाइया मास किस तरह भी दे, बकार तू कर। उस वक्त छुरी फड़ के कहते भगत सदना जी बकरे का पतालू कट्टन लगे हैं। जो पतालू कट्टन लगे है, वो बकरा कहते नाले हसे ते नाले रोवे। कहते ना जो पूरबले भाग जागने होण ते कंधां भी उपदेश करदियां, वो भगत जी नूं उपदेश ही होया है। वो बकरा नाले हसे ते नाले रोवे। भगत सदना जी ने छुरी नहीं चलाई, वेख्या भी हसया कौन है, इधर उधर वेख्या, वो बकरे जो आवाज आए भी कोई नहीं, तू अपना काम करी जा। जो दोबारा आवाज़ सुनी, भगत जी ने वेख्या भी ये बकरे च आवाज़ आई है। भगत कह लगे भी हसदा तो तू तां है, भी रोंदा तू तां भी तेनू दर्द होनी है, तेनू मैं कट्टन लगा हाँ, पर तू हसिया क्यों है, वो मैनू दस। वो बकरा कह लगा भी मैं हसिया तां हाँ, रोया तो मैं तां भी मैनू तू मार लगा है, हसिया मैं तां भी अज तू नवी भाजी चाढ़ लग्या है। अगे इन्ने जन्म हो गए तू मेरा सिर वढ़दा सी, मैं तेरा सिर वढ़दा सी, अज तक आपां एक दूजे के पताड़ू नहीं सी कट्टे, अज नवी भाजी चाढ़ लगा है तू। जदों इस तरह साध संगत जी बकरे जो आवाज़ आई है, भगत सदना जी ने उस वक्त छुरियां जड़ियां वगा के थले मारियां, उत्थे सुट दित्तियां, विराग हो गया। फिर तो बड़ी भगती की है भगत सदना जी ने। इवें वो वेखो बकरा जिहड़ा है भी वो कह लगा भी अज नवी भाजी पाउण लगा है। इत्थे गुरु जी वही दस रहे कसाइयां बिंग कसाइयां दा सहना, हे परमेश्वर तेरे नाम तो बिना इहो जिहा हाल है कि जिहड़ा कसाइयां दा बिंग है बड़ा जिहड़ा सताउंदा है, चूंडी ला देंदे मास नूं, जीव की जान नहीं निकलती, तड़फदा रहिंदा, वो सहण दे बराबर है। इस तरह बिंग कसाइयां दा सहना, जिहड़ा कसाइयां दा बिंग कोई बिंगा साध संगत जी शस्त्र चला दे ना टेढ़ा जा, वो ज़्यादा मार करता है। तिरछा कोई कटार मार दे, खंजर मार दे, तो वो बहुत ज़्यादा जी दर्द दिंदा है। महाराज तेरे नाम तो बिना दे वो कसाइयां दा बिंग कसाइयां दे बराबर है। यारड़े दा सानू सथर चंगा। इस करके हे परमात्मा वो जो यारड़ा है, सुन यार हमारे सज्जन,
यार ਉਹੀ परमात्मा, बाकी कौन यार है, कौन बेली है। ਇਹ ਤੇ ਸਭ ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ। ਉਹ ਜੋ ਅਸਲੀ ਯਾਰ ਹੈ ਭਾਈ ਦਇਆ ਸਿੰਘ ਜੀ, ਸਾਹਿਬਜ਼ਾਦੇ ਅਜੀਤ ਸਿੰਘ ਜੀ, ਸਾਡਾ ਉਹ ਵਾਹਿਗੁਰੂ ਨੂੰ ਕਹਿਣਾ ਵੀ ਸਾਨੂੰ ਤੇ ਉਹ ਯਾਰੜੇ ਦਾ ਆ ਸੱਥਰ ਹੀ ਚੰਗਾ ਹੈ। ਸੱਥਰ ਕੀ ਹੈ? ਜਿਹੜਾ ਧਰਤੀ 'ਤੇ ਲੇਟ ਜਾਣਾ ਨਾ, ਐਵੇਂ ਘਾਹ ਫੂਸ 'ਤੇ ਸੌਂ ਜਾਣਾ, ਇਹੀ ਚੰਗਾ ਹੈ। ਜਿਹੜਾ ਵਾਹਿਗੁਰੂ ਨਾਲ ਮਿਲਾਪ ਹੋ ਜੇ, ਧਰਤੀ 'ਤੇ ਵੀ ਸੌਣਾ ਪੈ ਜੇ, ਕੋਈ ਗੱਲ ਨਹੀਂ। ਉਸ ਯਾਰੜੇ ਦਾ ਸਾਨੂੰ ਆ ਸੱਥਰ ਹੀ ਚੰਗਾ ਹੈ। ਭੱਠ ਖੇੜਿਆ ਦਾ ਰਹਿਣਾ। ਕਿਉਂ ਕਿਹਾ ਸੀ ਗੁਰੂ ਜੀ ਨੇ? ਕਿਉਂਕਿ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਜੀ ਜੰਗਲ ਵਿੱਚ ਟਿੰਡ ਦਾ ਸਰਾਣਾ ਲਾ ਕੇ ਗੁਰੂ ਜੀ ਲੇਟੇ ਹੋਏ ਸਨ, ਭੁੰਜੇ। ਜੋ ਸਤਿਗੁਰ ਜੀ ਸਭ ਆਸਣਾ ਦੇ ਮਾਲਕ ਹੈ, ਸਭ ਪਾਲਕੀ ਸਾਹਿਬਾਨਾਂ ਦੇ ਮਾਲਕ ਗੁਰੂ ਜੀ, ਅੱਜ ਉਹ ਗੁਰੂ ਜੀ ਜੰਗਲ ਵਿੱਚ ਇਸ ਤਰ੍ਹਾਂ ਹੀ ਲੇਟੇ ਹੋਏ ਸਨ। ਅਤੇ ਉਸ ਵਕਤ ਇਸੇ ਕਰਕੇ ਕਿਹਾ ਵੀ ਉਹ ਯਾਰੜੇ ਸੱਚੇ ਵਾਹਿਗੁਰੂ ਦੇ ਪ੍ਰੇਮ ਵਿੱਚ ਵੀ ਉਹਦਾ ਮਿਲਾਪ ਹੋ ਜਾਵੇ। ਆ ਧਰਤੀ 'ਤੇ ਜਿਹੜਾ ਸੱਥਰ ਕਹੀਏ, ਜ਼ਮੀਨ 'ਤੇ ਲੇਟਣਾ ਹੀ ਜਿਹੜਾ ਚੰਗਾ ਹੈ। ਭੱਠ ਖੇੜਿਆ ਦਾ ਰਹਿਣਾ। ਤੇ ਹੇ ਵਾਹਿਗੁਰੂ, ਜਿਹੜਾ ਤੇਰੇ ਨਾਮ ਤੋਂ, ਤੇਰੇ ਨਾਲ ਮਿਲਾਪ ਤੋਂ ਬਿਨਾਂ ਰਹਿਣਾ ਹੈ, ਇਹ ਵਿਛੋੜੇ ਦੀ ਅੱਗ ਵਿੱਚ, ਇਹ ਤੇ ਖੇੜਿਆਂ ਦਾ ਰਹਿਣਾ, ਉਹ ਵੀ ਭੱਠ ਸਮਾਨ ਹੀ ਹੈ। ਖੇੜਾ ਕਿਹਨੂੰ ਕਹਿੰਦਾ? ਨਗਰ ਨੂੰ, ਗ੍ਰਾਮ ਨੂੰ, ਪਿੰਡ ਨੂੰ, ਸ਼ਹਿਰ ਨੂੰ। ਮਹਾਰਾਜ ਇਹਨਾਂ ਪਿੰਡਾਂ ਵਿੱਚ, ਚੰਗੇ ਚੰਗੇ ਸ਼ਹਿਰਾਂ ਵਿੱਚ ਰਹਿਣਾ, ਜਿਵੇਂ ਚੰਡੀਗੜ੍ਹ ਹੈ, ਮੁੰਬਈ ਹੈ, ਦਿੱਲੀ ਹੈ, ਜਲੰਧਰ ਹੈ, ਚੰਗੇ ਚੰਗੇ ਸ਼ਹਿਰਾਂ ਵਿੱਚ ਲੋਕ ਰਹਿ ਰਹੇ ਹੈ। ਪਰ ਮਹਾਰਾਜ ਤੇਰੇ ਨਾਮ ਤੋਂ ਬਿਨਾਂ ਤਾਂ ਉਹਦੇ ਭੱਠ ਵਿੱਚ ਪਏ ਹੋਏ, ਜਿਵੇਂ ਭੱਠਾ ਬੜਾ ਤਪਦਾ ਹੈ ਅਤੇ ਭੱਠੇ ਵਿੱਚ ਅੱਗ ਵਰਦੀ ਹੈ, ਇਸੇ ਤਰ੍ਹਾਂ ਉਹ ਸ਼ਹਿਰਾਂ ਰੂਪੀ ਖੇੜਿਆਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਰੂਪੀ ਅੱਗ ਮਹਾਰਾਜ ਵਗ ਰਹੀ ਹੈ ਉਸ ਭੱਠੇ ਵਿੱਚ। ਉਹ ਭੱਠ ਵਿੱਚ ਹੀ ਰਹਿਣ ਦੇ ਬਰਾਬਰ ਹੈ। ਇਹ ਜਿਹੜਾ ਖੇੜਿਆਂ ਸ਼ਬਦ ਵਰਤਿਆ ਸਤਿਗੁਰੂ ਜੀ ਨੇ, ਉਹ ਮਸਟੰਡੇ ਲੋਕਾਂ ਨੇ ਕੀ ਗੱਲ ਬਣਾਈ, ਕਹਿੰਦੇ ਜੀ ਇਹ ਅਖੇ ਦੇ ਹੀਰ ਰਾਂਝੇ ਦਾ ਜਿਹੜਾ ਪਿੰਡ ਹੈ ਨਾ ਖੇੜਾ, ਉਹ ਖੇੜੇ ਪਿੰਡ ਦੀ ਗੱਲ ਕੀਤੀ ਹੈ। ਇਸ ਕਰਕੇ ਦਸਮ ਪਿਤਾ ਜੀ ਦੀ ਇਹ ਨਹੀਂ ਕੋਈ ਬਾਣੀ, ਇਹ ਨਹੀਂ ਕੋਈ ਸ਼ਬਦ ਹੈ ਜੀ, ਇਹ ਖੇੜਾ ਪਿੰਡ ਜਿਹੜਾ ਹੀਰ ਰਾਂਝੇ ਦਾ, ਉਹਦੀ ਗੱਲ ਕੀਤੀ ਹੋਈ ਹੈ। ਹੁਣ ਖੇੜੇ ਦਾ ਅਰਥ ਹੈ ਸਾਧ ਸੰਗਤ ਜੀ ਪਿੰਡ, ਗ੍ਰਾਮ ਅਤੇ ਮਾਲਵੇ ਦੀ ਧਰਤੀ ਵਿੱਚ ਤੇ ਕਿ ਤਕੀਆ ਕਲਾਮ ਹੀ ਹੈ। ਤਕੀਆ ਕਲਾਮ ਭਾਵ ਉਹਨਾਂ ਦੇ ਮੂੰਹ 'ਤੇ ਹੀ ਗੱਲ ਹੈ ਵੀ ਨਗਰ ਖੇੜਾ ਵਸਦਾ ਰਹੇ, ਵੀ ਨਗਰ ਪਿੰਡ ਵਸਦਾ ਰਹੇ। ਅਤੇ ਹੁਣ ਸਤਿਗੁਰੂ ਜੀ ਨੇ ਜਦੋਂ ਇਹ ਸ਼ਬਦ ਉਚਾਰੇ ਨੇ, ਮਾਛੀਵਾੜੇ ਦੇ ਵਿੱਚ ਹੀ ਵੇਖੋ ਉਚਾਰਨ ਕੀਤਾ ਹੈ। ਅਤੇ ਮਾਛੀਵਾੜਾ ਕਿੱਥੇ ਪੈਂਦਾ? ਮਾਲਵੇ 'ਚ ਹੀ ਪੈਂਦਾ ਹੈ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਅਤੇ ਉੱਥੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਹੁਣ ਆਪਾਂ ਅਰਦਾਸਾਂ ਕਰਦੇ ਹਾਂ ਗੁਰੂ ਘਰਾਂ ਵਿੱਚ, ਅਰਦਾਸੀਏ ਤੋਂ ਕਹਿੰਦੇ ਹੀ ਹੈ ਮਹਾਰਾਜ ਨਗਰ ਖੇੜੇ ਦੇ ਸੁਖ ਸ਼ਾਂਤ ਰਹੇ। ਅਤੇ ਉਹਨਾਂ ਲੋਕਾਂ ਨੇ ਬਿਨਾਂ ਗੱਲ ਤੋਂ ਵਸੂੜੀ ਪਾਈ ਹੋਈ ਹੈ, ਆਖੇ ਜੀ ਇਹਦੇ ਹੀਰ ਰਾਂਝੇ ਦਾ ਪਿੰਡ ਖੇੜਾ, ਉਹਦੀ ਗੱਲ ਕੀਤੀ ਹੈ। ਇਸ ਕਰਕੇ ਸ਼ਬਦ ਨਹੀਂ ਗੁਰੂ ਦਾ। ਅਤੇ ਇਤਿਹਾਸ ਵਿੱਚ ਕਈ ਥਾਵਾਂ 'ਤੇ ਜ਼ਿਕਰ ਆਉਂਦਾ, ਪੰਥ ਪ੍ਰਕਾਸ਼ 'ਚ ਆਉਂਦਾ, ਤਵਾਰੀਖਾਂ 'ਚ ਆਉਂਦਾ, ਸੂਝ ਪ੍ਰਕਾਸ਼ 'ਚ ਆ ਰਿਹਾ। ਪਰ ਉਹ ਖੰਡਨ ਵਾਲੇ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ, ਮੱਤ ਥੋੜ੍ਹੀ ਹੈ। ਇੱਥੇ ਗੁਰੂ ਜੀ ਕਹਿ ਰਹੇ ਭੱਠ ਖੇੜਿਆਂ ਦਾ ਰਹਿਣਾ। ਸੱਚਾ ਪਾਤਸ਼ਾਹ ਤੇਰੇ ਜਿਹੜੇ ਨਾਮ ਤੋਂ ਬਿਨਾਂ ਰਹਿਣਾ ਹੈ, ਤੇਰੇ ਮਿਲਾਪ ਤੋਂ ਬਿਨਾਂ ਰਹਿਣਾ, ਤੇਰੇ ਵਿਛੋੜੇ ਦੇ ਵਿੱਚ, ਇਹ ਤੇ ਖੇੜਿਆਂ ਚੰਗਿਆਂ ਚੰਗਿਆਂ ਨਗਰਾਂ ਵਿੱਚ, ਚੰਗੀਆਂ ਮਹਿਲਾਂ ਵਿੱਚ ਰਹਿਣਾ ਵੀ ਭੱਠ ਵਿੱਚ ਪਏ ਹੋਏ ਸਮਾਨ ਹੀ ਆ। ਭਾਵ ਸਮਝ ਲਓ ਭੱਠੇ 'ਚ ਪਏ ਤਾਬੀ ਰਹੇ ਹਾਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਧ ਸੰਗਤ ਜੀ ਸ਼ਬਦ ਉਚਾਰਨ ਕੀਤਾ ਹੈ, ਜਿਹੜਾ ਵਿਰਾਗ ਦਾ ਸ਼ਬਦ ਹੈ, ਜਿਹੜਾ ਸਤਿਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ ਭਾਈ ਦਇਆ ਸਿੰਘ ਜੀ ਦੇ ਸੁਨੇਹਾ ਭੇਜਿਆ, ਸੱਦ ਭੇਜਿਆ, ਇਸੇ ਤਰ੍ਹਾਂ ਖਾਲਸੇ ਪੰਥ ਦੇ ਹੱਥ ਵਿੱਚ ਸੱਦ ਭੇਜਿਆ। ਇਹ ਗੁਰੂ ਜੀ ਨੇ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਭੇਜ ਕੇ ਇੱਕ ਵਿਛੋੜੇ ਦਾ ਸ਼ਬਦ, ਇੱਕ ਚਿੰਤਨ ਧਿਆਨ ਕਰਦੇ ਹੋਏ ਉਚਾਰਨ ਕੀਤਾ, ਜਿਸ ਨੂੰ ਸਾਧ ਸੰਗਤ ਜੀ, ਜਿਸ ਵਿੱਚ ਮਹਾਨ ਜਿਹੜੀ ਹੈ ਵਿਰਾਗ ਦੀ ਅਵਸਥਾ ਹੈ।
क्योंकि ਜਿਹੜੇ ਰੱਬ ਦੇ ਨਾਲ ਪ੍ਰੇਮ ਜਿਨ੍ਹਾਂ ਦਾ ਹੁੰਦਾ ਹੈ ਉਹ ਇਹਨਾਂ ਗੱਲਾਂ ਨੂੰ ਸਮਝਦੇ ਆ, ਉਹਨਾਂ ਨੂੰ ਵਿਰਾਗ ਹੁੰਦਾ। ਸਾਨੂੰ ਕੀ ਇਸ ਗੱਲ ਨਾਲ ਕਿ ਬਿੰਗ ਕਸਾਈਆਂ ਦਾ ਸਹਿਣਾ ਵੀ ਕਸਾਈ ਉਹ ਬੱਕਰੇ ਨੂੰ ਕੋਂਦਾ ਹੈ, ਅਤੇ ਸਾਨੂੰ ਇਹ ਗੱਲ ਨਾਲ ਕੀ ਮਤਲਬ, ਕਿਉਂਕਿ ਅਸੀਂ ਕੋਈ ਨਹੀਂ ਜਾ ਰਹੇ। ਸਾਨੂੰ ਸਰਾਹੀ ਵਿੱਚ ਚੰਗਾ ਖਾਣਾ ਪੀਣਾ ਮਿਲੇ ਅਤੇ ਸਾਨੂੰ ਇਹਦੇ ਵਿੱਚ ਕੀ ਪਰਵਾਹ ਵੀ ਮਹਾਰਾਜ ਤੇਰਾ ਨਾਮ ਹੋਵੇ ਨਾ ਹੋਵੇ, ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ। ਪਰ ਜਿਹੜੇ ਰੱਬ ਦੇ ਪਿਆਰੇ ਹੈ ਉਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਦੁਨਿਆਵੀ ਪਦਾਰਥਾਂ ਨਾਲ ਪ੍ਰੇਮ ਨਹੀਂ ਹੁੰਦਾ, ਵਾਹਿਗੁਰੂ ਨਾਲ ਪ੍ਰੇਮ ਹੈ। ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਵਾਹਿਗੁਰੂ ਤੋਂ ਬਿਨਾਂ ਚੰਗੀ ਨਹੀਂ ਲੱਗਦੀ। ਜਿਵੇਂ ਸਾਧ ਸੰਗਤ ਜੀ ਵਿਰਾਗ ਦੀ ਅਵਸਥਾ ਅਤੇ ਮਾਇਆ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਕਿਵੇਂ ਭਗਤ ਰਹਿੰਦੇ। ਇੱਕ ਕਥਾ ਹੈ, ਜਦੋਂ ਭਗਤ ਨਾਮਦੇਵ ਜੀ ਨੂੰ ਸੂਖਮ ਜਿਹਾ ਹੰਕਾਰ ਹੋ ਗਿਆ ਸੀ ਅਤੇ ਭਗਵਾਨ ਨੂੰ ਕਹਿਣ ਲੱਗੇ, ਹੇ ਭਗਵਾਨ ਮੇਰੇ ਤੋਂ ਵੱਡਾ ਤਾਂ ਕੋਈ ਭਗਤ ਨਹੀਂ ਨਾ ਹੋ ਸਕਦਾ। ਭਗਵਾਨ ਜੀ ਕਹਿੰਦੇ, ਹਾਂ ਨਾਮਦੇਵ ਤੇਰੇ ਤੋਂ ਵੱਡਾ ਭਗਤ ਕੋਈ ਨਹੀਂ ਹੈ। ਦਿਲ ਰੱਖਣ ਵਾਸਤੇ ਕਿਹਾ। ਦੂਜੀ ਵਾਰ ਕਿਹਾ, ਭਗਵਾਨ ਜੀ ਨੇ ਫੇਰ ਕਿਹਾ, ਹਾਂ ਨਾਮਦੇਵ ਤੇਰੇ ਤੋਂ ਵੱਡਾ ਭਗਤ ਕੋਈ ਹੈ ਨਹੀਂ ਗਾ, ਦਿਲ ਰੱਖਣ ਵਾਸਤੇ। ਤੀਜੀ ਵਾਰ ਜਦੋਂ ਫੇਰ ਕਿਹਾ ਹੈ ਭਗਤ ਨਾਮਦੇਵ ਜੀ ਨੇ, ਪਰਮੇਸ਼ਰ ਮੇਰੇ ਤੋਂ ਵੱਡਾ ਭਗਤ ਨਹੀਂ ਹੈ ਕੋਈ, ਜਿਸ ਦੇ ਵਾਸਤੇ ਤੁਸਾਂ ਨੇ ਵੇਖੋ ਮੰਦਿਰ ਹੀ ਘੁਮਾ ਦਿੱਤਾ ਹੈ। ਵੀ ਹੰਕਾਰ ਹੋ ਗਿਆ ਭਗਤ ਜੀ ਨੂੰ। ਭਗਵਾਨ ਕਹਿਣ ਲੱਗੇ ਹੰਕਾਰ ਤੋੜਨ ਵਾਸਤੇ ਵੀ ਭਗਤ 'ਚ ਕੋਈ ਕਮੀ ਨਾ ਰਹਿ ਜਾਏ। ਕਹਿਣ ਲੱਗੇ ਨਾਮਦੇਵ ਹੰਕਾਰ ਨਾ ਕਰ, ਤੇਰੇ ਨੂੰ ਚੰਗੇ ਤੇ ਮੈਨੂੰ ਰੰਕਾ ਬੰਕਾ ਹੈ। ਤੈਨੂੰ ਤੇ ਮੈਂ ਕਿਤੇ ਕਿਤੇ ਦਰਸ਼ਨ ਦੇਣਾ ਹਾਂ, ਉਹ ਰੰਕੇ ਬੰਕੇ ਕੋਲ ਤੇ ਮੈਂ ਸਦਾ ਹੀ ਰਹਿਣਾ, ਸਦਾ ਹੀ ਮੈਂ ਉਹਨਾਂ ਦੀ ਝੁੱਗੀ 'ਚ ਵੱਸਦਾ ਹਾਂ। ਉਹ ਫਿਰ ਸਾਰਾ ਕੋ ਭਗਤ ਨਾਮ ਦੇ ਜੰਗਲ ਵਿੱਚ ਗਏ। ਰੰਕੇ ਬੰਕੇ ਦਾ ਪਰਿਵਾਰ, ਇੱਕ ਲੜਕੀ ਕੁਆਰੀ ਉਹ ਵੇਖੀ। ਰੰਕੇ ਬੰਕੇ ਭਗਤ ਦੇ ਦਰਸ਼ਨ ਕੀਤੇ, ਦੇਖ ਕੇ ਹੈਰਾਨ ਹੋ ਗਿਆ ਭਗਤ ਨਾਮਦੇਵ ਜੀ ਰੰਕੇ ਬੰਕੇ ਦੀ ਟੁੱਟੀ ਝੌਂਪੜੀ ਵੇਖ ਕੇ। ਅਤੇ ਜਦੋਂ ਫਿਰ ਭਗਵਾਨ ਜੀ ਦੇ ਚਰਨ ਪਕੜੇ ਭਗਤ ਨਾਮਦੇਵ ਜੀ ਨੇ, ਕਹਿਣ ਲੱਗੇ ਭਗਵਾਨ ਜੀ ਮੈਨੂੰ ਮਾਫ਼ ਕਰੋ, ਮੈਨੂੰ ਹੰਕਾਰ ਹੋ ਗਿਆ ਸੀ। ਹੇ ਪਰਮੇਸ਼ਰ ਮੇਰੇ 'ਤੇ ਕਿਰਪਾ ਕਰੋ। ਆਪ ਜੀ ਨੂੰ ਤਾਂ ਵਾਕਿਆ ਹੀ ਰੰਕਾ ਬੰਕਾ ਪਿਆਰੇ ਹੈ, ਜਿਨ੍ਹਾਂ ਦੀ ਟੁੱਟੀ ਝੁੱਗੀ ਦੇ ਵਿੱਚ ਅਤੇ ਟੁੱਟੀ ਮੰਜੀ 'ਤੇ ਤੁਸੀਂ ਮਹਾਰਾਜ ਆ ਕੇ ਲੇਟਦੇ ਹੋ, ਸਦਾ ਹੀ ਇੱਥੇ ਰਹਿੰਦੇ ਹੋ। ਭਗਤ ਰੰਕਾ ਬੰਕਾ ਵੀ ਸਭ ਤੋਂ ਵੱਡੇ ਹੈ, ਕਿਰਪਾ ਕਰੋ ਮੈਨੂੰ ਦਰਸ਼ਨ ਕਰਾਓ ਇਹਨਾਂ ਦੇ। ਭਗਵਾਨ ਜੀ ਕਹਿੰਦੇ ਚਲੋ ਠੀਕ ਹੈ, ਚਲੋ ਚਲੀ ਜੰਗਲ ਵਿੱਚ, ਇੱਥੇ ਨੇੜੇ ਕਿਤੇ ਲੱਕੜਾਂ ਕੱਟਦੇ ਹੋਣਗੇ। ਭਗਵਾਨ ਜੀ ਅਤੇ ਭਗਤ ਨਾਮਦੇਵ ਜੀ ਚੱਲ ਪਏ। ਥੋੜ੍ਹੇ ਗਏ ਤੇ ਅਗਲੇ ਬੰਨੇ ਰੰਕਾ ਬੰਕਾ ਭਗਤ ਜੀ ਚੱਲਦੇ ਆ ਰਹੇ ਸੀ। ਭਗਵਾਨ ਜੀ ਕਹਿਣ ਲੱਗੇ ਉਹ ਵੇਖੋ ਰੰਕਾ ਬੰਕਾ ਆ ਰਹੇ ਹੈ। ਨਾਮਦੇਵ ਜੀ ਵੇਖ ਕੇ ਕਹਿਣ ਲੱਗੇ ਕਿ ਇਹ ਭਗਵਾਨ ਪਰਮੇਸ਼ਰ ਐਸੇ ਜਿਹੜੇ ਪਿਆਰੇ ਭਗਤ ਉਹਨਾਂ ਨੂੰ ਕਿਉਂ ਤੁਸੀਂ ਐਵੇਂ ਗਰੀਬ ਰੱਖਦੇ ਹੋ? ਤੁਸੀਂ ਇਹਨਾਂ ਨੂੰ ਮਾਇਆ ਦੇ ਕੇ ਅਮੀਰ ਕਿਉਂ ਨਹੀਂ ਕਰ ਦਿੰਦੇ, ਘਰ ਬੈਠੇ ਚੰਗਾ ਸ਼ਗਨ ਛਕਾਉਣ। ਭਗਵਾਨ ਜੀ ਕਹਿਣ ਲੱਗੇ ਨਾਮਦੇਵ ਮੈਂ ਇਹਨਾਂ ਨੂੰ ਮਾਇਆ ਦੇ ਦੇਣਾ ਹਾਂ, ਪਰ ਉਹ ਗ੍ਰਹਿਣ ਨਹੀਂ ਕਰਦੇ, ਲੈਂਦੇ ਨਹੀਂ ਗੇ, ਉਹ ਮਨਾ ਕਰਦੇ ਆ। ਉਹ ਮਾਇਆ ਨੂੰ ਭਗਤੀ ਵਿੱਚ ਰੁਕਾਵਟ ਸਮਝਦੇ ਆ, ਇਸ ਕਰਕੇ ਉਹ ਲੈਣਾ ਨਹੀਂ ਚਾਹੁੰਦੇ। ਮੈਂ ਤਾਂ ਬਹੁਤ ਕਹਿ ਰਿਹਾ, ਬਹੁਤ ਦੇ ਰਿਹਾ। ਉਹ ਮਾਇਆ ਗ੍ਰਹਿਣ 'ਤੇ ਕੀ ਕਰਨੀ ਹੈ, ਸਗੋਂ ਰੋਣ ਲੱਗ ਪੈਂਦੇ ਹੈ ਮਾਇਆ ਦੇ ਨਾਮ 'ਤੇ ਹੀ। ਉਲਟਾ ਅੰਨ ਜਲ ਵੀ ਛੱਡ ਦਿੰਦੇ ਹੋ, ਰੋਟੀ ਪਾਣੀ ਵੀ ਨਹੀਂ ਖਾਂਦੇ, ਭੁੱਖੇ ਬਹਿ ਰਹਿੰਦੇ, ਕਹਿੰਦੇ ਅਸੀਂ ਮਾਇਆ ਲੈਣੀ ਨਹੀਂ ਪਰਮੇਸ਼ਰ। ਭਗਤ ਨਾਮਦੇਵ ਜੀ ਕਹਿਣ ਲੱਗੇ ਹੈ ਭਗਵਾਨ ਪਰਮੇਸ਼ਰ ਉਹ ਆਪ ਜੀ ਦੇ ਭਗਤ ਰੰਕਾ ਬੰਕਾ ਇਸ ਤਰ੍ਹਾਂ ਮਾਇਆ ਵੇਖ ਕੇ ਰੋਂਦੇ, ਰੋਂਦੇ ਕਹਿੰਦੇ ਮੈਂ ਵੀ ਤਾਂ ਵੇਖਾਂ, ਆਪ ਜੀ ਮਾਇਆ ਦੇ ਕੇ ਤੇ ਵੇਖੋ ਉਹਨਾਂ ਨੂੰ, ਮੈਂ ਵੀ ਵੇਖਣਾ ਚਾਹੁੰਦਾ। ਭਗਵਾਨ ਜੀ ਕਹਿਣ ਲੱਗੇ ਵੇਖ ਨਾਮਦੇਵ ਉਹ ਪੂਰਨ ਭਗਤ ਹੈ, ਜੇ ਉਹਨਾਂ ਨਾਲ ਇਹੋ ਜਿਹੀ ਮਸਕਰੀ ਕਰਾਂਗੇ ਤਾਂ ਦੋਸ਼ ਦੇ ਭਾਗੀ ਤੁਸੀਂ ਹੋਵੋਗੇ, ਜ਼ਿੰਮੇਵਾਰੀ ਚੁੱਕੋ ਤੁਸੀਂ, ਦੋਸ਼ ਤੁਹਾਨੂੰ ਲੱਗੇਗਾ। ਭਗਤ ਨਾਮਦੇਵ ਜੀ ਕਹਿਣ ਲੱਗੇ ਕੋਈ ਨਹੀਂ ਪਰਮੇਸ਼ਰ, ਮੈਨੂੰ ਤੰਗੀ ਭਾਵੇਂ ਝੱਲਣੀ ਪਵੇ, ਮੈਂ ਭਾਗੀ ਹੋਵਾਂਗਾ, ਮੈਨੂੰ ਦਿਖਾਓ। ਕਹਿੰਦੇ ਠੀਕ ਹੈ। ਹੀਰਿਆਂ ਨਾਲ ਭਰੀ ਹੋਈ ਇੱਕ ਥੈਲੀ ਭਗਤ ਨਾਮਦੇਵ ਜੀ ਨੂੰ ਦੇ ਦਿੱਤੀ ਅਤੇ ਕਿਹਾ ਵੀ ਨਾਮਦੇਵ ਆਹ ਰਸਤੇ ਵਿੱਚ ਉਹ ਥਾਂ 'ਤੇ ਰੱਖ ਆਓ।
ਭਗਤ ਨਾਮਦੇਵ ਜੀ ਰੱਖ ਆਏ। ਉਧਰੋਂ ਰੰਕਾ ਬੰਕਾ ਭਗਤ ਦੋਵੇਂ ਚੱਲਦੇ ਆ ਰਹੇ ਹੈ। ਰੰਕਾ ਅੱਗੇ ਅੱਗੇ, ਬੰਕਾ ਭਗਤ ਦੋਵੇਂ ਭਰਾ ਆ ਰਹੇ ਸੀ, ਬੰਕਾ ਪਿੱਛੇ ਪਿੱਛੇ। ਜਦੋਂ ਰੰਕੇ ਭਗਤ ਨੇ ਚੱਲਦਿਆਂ ਚੱਲਦਿਆਂ ਥੈਲੀ ਲਾਗੇ ਪਹੁੰਚੇ, ਹੀਰਿਆਂ ਨਾਲ ਜੋ ਭਰੀ ਹੋਈ ਸੀ, ਆ ਵੇਖ ਕੇ ਇੱਕਦਮ ਹੀ ਤਰਬ ਕੇ ਗਏ ਆ। ਤਰਬ ਕੇ ਉੱਚੀ ਉੱਚੀ ਕਹਿਣ ਲੱਗ ਪਏ, ਹਾਏ ਸਪਣੀ, ਹਾਏ ਸਪਣੀ, ਹਾਏ ਸਪਣੀ, ਤੇ ਰੋਣ ਲੱਗ ਪਏ ਉੱਚੀ ਉੱਚੀ। ਰੋਂਦੇ ਰੋਂਦਿਆਂ ਨੇ ਪੈਰ ਨਾਲ ਹੱਥ ਨਹੀਂ ਲਾਇਆ, ਮਿੱਟੀ ਪੁੱਟ ਪੁੱਟ ਕੇ ਤੇ ਉਹ ਥੈਲੀ ਦੇ ਉੱਤੇ ਪਾ ਦਿੱਤੀ। ਉਧਰੋਂ ਬੰਕਾ ਭਗਤ ਭਰਾ ਉਹਨਾਂ ਦੇ ਤੁਰੇ ਆ ਰਹੇ, ਨਾ ਵੇਖਿਆ ਵੀ ਮੇਰਾ ਭਰਾ ਆ ਕਿਸੇ ਥਾਂ ਤੇ ਰੁਕਿਆ, ਰੁਕਿਆ ਕਿਉਂ, ਗੱਲ ਕੀ ਹੋਈ ਹੈ। ਦੌੜ ਕੇ ਜਾ ਕੇ ਆਪਣੇ ਭਰਾ ਰੰਕਾ ਨਾਲ ਭਗਤ ਬੰਕਾ ਜੀ ਮਿਲੇ। ਕਹਿਣ ਲੱਗੇ, ਮੇਰੇ ਭਰਾ ਪਿਆਰੇ ਭਗਤ, ਅੱਜ ਤੁਸੀਂ ਰਾਹ ਦੇ ਵਿੱਚ ਕਿਉਂ ਰੁਕੇ ਹੋ, ਕੀ ਗੱਲ ਹੋਈ ਹੈ ਤੇ ਰੋ ਕਿਉਂ ਰਹੇ ਹੋ। ਕਹਿੰਦੇ ਆਪਣੇ ਭਰਾ ਨੂੰ ਰੰਕਾ ਭਗਤ ਨੇ ਕਿਹਾ, ਬੰਕਾ ਭਗਤ ਜੀ ਮੇਰੇ ਪਿਆਰੇ ਭਗਤ, ਮੇਰੇ ਵੀਰ, ਆਣਾ ਭਗਵਾਨ ਨੇ ਸਾਨੂੰ ਨਾ ਮਾਰਨ ਵਾਸਤੇ ਸਪਣੀ ਰਾਤ ਵਿੱਚ ਰੱਖੀ ਹੋਈ ਹੈ। ਉਹ ਮੈਨੂੰ ਡਸ ਲੈਣ ਲੱਗੀ ਸੀ, ਭਾਵ ਮੈਂ ਉਹਨੂੰ ਮਾਇਆ ਨੂੰ ਚੁੱਕ ਲੈਣ ਲੱਗਾ ਸਾਂ, ਇਸ ਕਰਕੇ ਮੈਂ ਰੋਣ ਲੱਗ ਪਿਆ। ਤੇ ਮੈਂ ਖਲੋਤਾ ਤਾਂ ਸੀ, ਮੈਨੂੰ ਖਿਆਲ ਆਇਆ ਵੀ ਮੇਰਾ ਭਰਾ ਪਿੱਛੇ ਆ ਰਿਹਾ, ਕਿਤੇ ਉਹ ਨਾ ਉਹ ਨਾ ਕਿਤੇ ਉਹਨੂੰ ਨਾ ਕਿਤੇ ਡਸ ਲਵੇ, ਮਾਇਆ ਕਿਤੇ ਖਾ ਨਾ ਜਾਵੇ। ਮੈਂ ਉੱਥੇ ਰੁਕ ਕੇ ਮਿੱਟੀ ਪਾਉਣ ਲੱਗ ਪਿਆ ਉੱਤੇ, ਤਾਂ ਮੈਂ ਰੁਕਿਆ ਸਾਂ, ਉਹ ਥੈਲੀ 'ਤੇ ਮਿੱਟੀ ਪਾਉਣ ਡੈ ਪਿਆ ਸਾਂ। ਜਦੋਂ ਇਹ ਗੱਲ ਕਹੀ ਹੈ ਸੁਣ ਕੇ ਸਾਧ ਸੰਗਤ ਜੀ, ਬੰਕਾ ਭਗਤ ਵੀ ਰੋਣ ਲੱਗ ਪਿਆ ਉੱਚੀ ਉੱਚੀ। ਰੰਕਾ ਭਗਤ ਕਹਿੰਦਾ ਵੀ ਮੇਰੇ ਭਰਾ ਬੰਕਾ, ਤੂੰ ਕਿਉਂ ਰੋਣਾ ਹੈ, ਤੂੰ ਤੇ ਉਹ ਸਪਣੀ ਨੂੰ ਵੇਖਿਆ ਵੀ ਨਹੀਂ ਹੈ ਤੇ ਉਹਦੇ ਦੱਸਿਆ ਵੀ ਨਹੀਂ ਹੈ, ਫਿਰ ਤੂੰ ਕਿਉਂ ਰੋਣਾ ਹੈ। ਉਹ ਕਹਿਣ ਲੱਗਾ, ਬੰਕਾ ਭਗਤ, ਹੇ ਮੇਰੇ ਪਿਆਰੇ ਭਗਤ ਰੰਕਾ, ਮੇਰੇ ਵੀਰ, ਮੈਂ ਤੇ ਤਾਂ ਰੋਣ ਲੱਗ ਪਿਆ ਵੀ ਤੇਰੀ ਪਰਮੇਸ਼ਰ ਤੋਂ ਬਿਰਤੀ ਟੁੱਟ ਕੇ ਮਾਇਆ ਵਾਲੀ ਕਿਸ ਤਰ੍ਹਾਂ ਹੋ ਗਈ। ਜਿਹੜਾ ਤੂੰ ਮਿੱਟੀ ਪਾਉਂਦਾ ਰਿਹਾ ਹੈ, ਉਨਾ ਸਮਾਂ ਤੂੰ ਗੁਰੂ ਤੋਂ ਪਰਮਾਤਮਾ ਤੋਂ ਬੇਮੁਖ ਹੋ ਗਿਆ। ਮੈਂ ਤੇ ਤਾਂ ਰੋਣਾ ਹਾਂ ਵੀ ਤੇਰੀ ਬਿਰਤੀ ਕਿਵੇਂ ਮਾਇਆ ਵਾਲੀ ਹੋ ਗਈ, ਕਿਉਂਕਿ ਭਗਤਾਂ ਨੂੰ ਤੇ ਪਤਾ ਹੀ ਨਹੀਂ ਵੀ ਮਾਇਆ ਭਈ ਕਿੱਥੇ ਹੁੰਦੀ। ਤੇਰੇ ਮਨ 'ਚ ਖਿਆਲ ਆ ਗਿਆ, ਕਿਉਂਕਿ ਇਹਦਾ ਮਤਲਬ ਤੇਰੀ ਬਿਰਤੀ ਮਾਇਆ ਵਾਲੀ ਹੈ, ਤਾਂ ਹੀ ਤੂੰ ਮਾਇਆ ਨੂੰ ਸਮਝ ਲਿਆ। ਜੇ ਤੂੰ ਮਾਇਆ ਨਾ ਨੂੰ ਸਮਝਦਾ, ਤੇਰੀ ਬਿਰਤੀ ਨਾ ਹੁੰਦੀ, ਤੈਨੂੰ ਕੀ ਪਤਾ ਸੀ ਉਹ ਹੀਰੇ ਅੱਗੇ ਮਿੱਟੀ ਪਈ ਹੋਈ ਹੈ। ਤਾਂ ਮੈਂ ਰੋਣਾ ਹਾਂ। ਇਹ ਨਾਮ ਦੇ ਭਗਤ ਜੀ ਸਾਰਾ ਕੁਝ ਵੇਖ ਕੇ ਵੀ ਐਸਾ ਤਿਆਗ, ਐਸੇ ਭਗਤ ਜਿਹੜੇ ਮਾਇਆ ਨੂੰ ਵੇਖ ਕੇ ਵੀ ਰੋਣ ਲੱਗ ਪੈਂਦੇ ਆ। ਤੇ ਮੈਂ ਤੇ ਲਾਮੇ ਦਿੰਦਾ ਰਿਹਾ ਵੀ ਹੇ ਪਰਮੇਸ਼ਰਾ, ਮੈਨੂੰ ਧੱਕੇ ਪਏ ਆ ਮੰਦਰ ਵਿੱਚੋਂ, ਤੇ ਤੇਰੇ ਨਾਮ ਨੂੰ ਲੱਜਿਆ, ਮੈਨੂੰ ਕਾਹਦੀ ਲੱਜਿਆ ਹੈ। ਮੈਂ ਤੇ ਲਾਮੇ ਦਿੰਦਾ ਰਿਹਾ ਹਾਂ, ਮੈਂ ਕਾਹਦਾ ਭਗਤ ਹਾਂ। ਮੈਂ ਕੋਈ ਭਗਤ ਕਿਸੇ ਗਿਣਤੀ ਜੀ ਨਹੀਂ ਹੋਣਾ, ਭਗਤ ਦੇ ਉਹ ਭਗਵਾਨ ਪਰਮਾਤਮਾ ਦੇ ਰੰਕਾ ਬੰਕਾ ਹੈ, ਜਿਨ੍ਹਾਂ ਦਾ ਐਸਾ ਤਿਆਗ ਹੈ। ਇੰਨਾ ਤਿਆਗ ਵੇਖ ਲਓ ਸਾਧ ਸੰਗਤ ਜੀ, ਐਸੇ ਪਰਮਾਤਮਾ ਦੇ ਭਗਤ ਹੋਏ ਕਦੇ ਅਸੀਂ ਬਣ ਸਕਦੇ ਹਾਂ? ਸੁਪਨੇ 'ਚ ਹੀ ਨਹੀਂ ਬਣ ਸਕਦੇ, ਤੇ ਨਾ ਕਦੀ ਉਹ ਜਨਮ ਕਦੀ ਆ ਸਕਦਾ। ਇੰਨੀ ਮਹਾਨ ਹੈ ਪਰਮੇਸ਼ਰ ਦੇ ਪਿਆਰੇ ਭਗਤਾਂ ਦੀ ਕਥਾ। ਭਾਵ ਉਹਨਾਂ ਨੂੰ ਮਾਇਆ ਜਿਹੜੀ ਹੈ ਇਸ ਤਰ੍ਹਾਂ ਔਖੀ ਲੱਗਦੀ ਹੈ, ਉਹ ਰੋਂਦੇ ਹੈ ਵੇਖ ਕੇ। ਗੁਰੂ ਜੀ ਨੇ ਵਿਰਾਗ ਦਾ ਸ਼ਬਦ ਉਚਾਰਨ ਕੀਤਾ, ਮਹਾਰਾਜ ਤੇਰੇ ਤੋਂ ਬਿਨਾਂ ਜਿਹੜਾ ਰਜਾਈਆਂ ਨੂੰ ਘੁੱਟ ਘੁੱਟ ਸੌਣਾ ਸਿਆਲ ਦੇ ਦਿਨਾਂ ਵਿੱਚ, ਤੇ ਉਹਦੇ ਰੋਗ ਜਿਵੇਂ ਕਿ ਇਹਨੂੰ ਰੋਗੀ ਨੂੰ ਹੋਇਆ ਉਹਦੇ ਸਮਾਨ ਹੈ। ਜਿਹੜਾ ਚੰਗੇ ਘਰਾਂ ਵਿੱਚ ਰਹਿਣਾ, ਮਾਨੋ ਸੱਪਾਂ ਦੇ ਘਰਾਂ ਵਿੱਚ ਰਹਿ ਰਹੇ ਤੇ ਡੰਗ ਵੱਜ ਰਹੇ ਹੈ। ਜਿਹੜਾ ਸਰਾਈਆਂ 'ਚ ਪੀਣਾ ਠੰਡਾ ਪਾਣੀ ਤੇ ਕਹਿਣਾ ਵੀ ਮੈਨੂੰ ਠੰਡ ਪੈ ਗਈ ਮਹਾਰਾਜ, ਉਹ ਸੂਲ ਬਰਾਬਰ, ਜਿਵੇਂ ਸੂਲ ਉੱਠਿਆ ਹੋਵੇ ਤੇ ਬੰਦਾ ਮਰ ਜਾਂਦਾ ਹੈ। ਜਿਵੇਂ ਪਿਆਲੇ ਠੰਡੇ ਪੀਣੇ ਜਲ ਦੇ, ਉਹ ਜਿਹੜੇ ਤੇਰੇ ਨਾਮ ਤੋਂ ਬਿਨਾਂ ਪੀਣੇ, ਉਹ ਮਾਨੋ ਖੰਜਰ ਤਿਰਛੇ ਵੱਜ ਗਏ ਤੇ ਖੂਨ ਨਿਗਲ ਆਇਆ, ਸਰੀਰ ਪਾੜ ਗਿਆ ਹੈ। ਜਿਹੜਾ ਤੇਰੇ ਨਾਮ ਤੋਂ ਬਿਨਾਂ, ਤੇਰੇ ਮਿਲਾਪ ਤੋਂ ਬਿਨਾਂ ਰਹਿਣਾ, ਉਹ ਜਿਵੇਂ ਕਸਾਈ ਬਿੰਗ ਦੇ ਕੇ ਚੁੰਡੀ ਲਾ ਕੇ ਜੀਵ ਨੂੰ ਸਤਾਉਂਦਾ, ਦੁੱਖ ਸਹਿਣਾ ਪੈਂਦਾ, ਉਹਦੇ ਬਰਾਬਰ ਹੈ। ਇਸ ਕਰਕੇ ਮਹਾਰਾਜ ਸਾਨੂੰ ਤੇ ਸੱਥਰ ਹੀ ਚੰਗਾ ਹੈ। ਆ ਧਰਤੀ ਦੇ ਅਸੀਂ ਲੇਟੇ ਰਹੀਏ ਤੇਰੇ ਪ੍ਰੇਮ ਵਿੱਚ ਭਿੱਜ ਗਏ, ਤੇ ਉਹ ਵੀ ਮਹਾਰਾਜ ਭੂਮ ਆਸਣ ਚੰਗਾ ਹੈ। ਤੇ ਜਿਹੜਾ ਚੰਗੇ ਘਰਾਂ ਵਿੱਚ ਨਗਰ ਸ਼ਹਿਰ 'ਚ ਰਹਿਣਾ, ਜਿੱਥੇ ਰੰਗ ਰਲੀਆਂ ਦੁਨੀਆ ਮਾਣਦੀ ਹੈ,
ਚੰਗੇ ਚੰਗੇ ਦਿਨ ਮਨਾਉਂਦੀ ਹੈ ਮਹਾਰਾਜ, ਉਹਨਾਂ ਵਿੱਚ ਤੇਰੇ ਨਾਮ ਤੋਂ ਬਿਨਾਂ ਰਹਿਣਾ, ਭੱਠ ਵਿੱਚ ਪਏ ਹੋਏ ਸਮਾਨ ਭਾਵ ਸਾੜੇ ਰਹੇ ਹਾਂ। ਐਸਾ ਮਹਾਨ ਸ਼ਬਦ ਗੁਰੂ ਜੀ ਨੇ ਉਚਾਰਨ ਕੀਤਾ ਹੈ, ਜਿਸ ਦੀ ਕਥਾ ਸਾਧ ਸੰਗਤ ਜੀ ਵਿਰਾਗਮਈ ਹੈ ਅਤੇ ਸਾਧੂ ਸੰਤਾਂ ਦੇ ਵੱਸ ਦੀ ਇਹ ਕਥਾ ਹੈ। ਸਾਡੇ ਵਰਗੇ ਤੁੱਛ ਬੁੱਧੀ ਵਾਲੇ, ਜਿਨ੍ਹਾਂ ਨੂੰ ਕੋਈ ਅਵਸਥਾ ਨਹੀਂ ਹੈ, ਜਿਨ੍ਹਾਂ ਦੇ ਕੋਈ ਗਿਆਨ ਨਹੀਂ, ਉਹ ਕੀ ਕਥਾ ਇਹ ਕਰ ਸਕਦੇ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਐਸੀ ਭਾਵਨਾ ਪ੍ਰੇਮ ਬਖਸ਼ਣ ਸਾਧ ਸੰਗਤ ਜੀ, ਅਸੀਂ ਗੁਰੂ ਜੀ ਦੇ ਬਚਨਾਂ ਨੂੰ ਸਮਝ ਸਕੀਏ, ਉਹ ਵਾਹਿਗੁਰੂ ਦੀ ਪ੍ਰੇਮਾ ਭਗਤੀ ਭਾਵ ਭਗਤੀ ਕਰ ਸਕੀਏ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੇ। ਹੁਣ ਇੱਥੇ ਜਿਹੜੀ ਹੈ ਵਿਚਾਰਾਂ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਨਾਰ ਹੈ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਦੋ ਤੁਕਾਂ ਬਾਅਦ ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म, विनाशी अगनास, हे पूर्ण हे सर्व मैं दुख भंजन गुणदास। हे संगी हे निरंकार, हे निर्गुण सब टेक। हे गोबिंद हे गुण निधान, जागै सदा विवेक। हे अपरंपर हर हरे, है भी होवन हार। हे संत कै सदा संग, निदाना आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो य बरोए। आए प्रभ शरणागति, कृपा नित दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो सरदा कर सेव दे, गुर पार उतारण हार। कथा निता व्रत होत है, सुनो सो सिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा।